ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਜਿਸ ਕਾਲੇ ਦੌਰ ਦੇ ਵਿੱਚੋਂ ਲੰਘਿਆ, ਕੋਈ ਨਹੀਂ ਚਾਹੁੰਦਾ ਕਿ ਉਹ ਕਾਲਾ ਦੌਰ ਮੁੜ ਕੇ ਕਦੇ ਦੇਖਣ ਨੂੰ ਮਿਲੇ, ਪਰ ਜਦੋਂ ਅਜਿਹੀਆਂ ਘਟਨਾਵਾਂ, ਜਦੋਂ ਅਜਿਹੇ ਸੰਦਰਭ ਬਣਦੇ ਨੇ ਤਾਂ ਡਰ ਤੇ ਸ਼ੰਕੇ ਜ਼ਰੂਰ ਪੈਦਾ ਹੁੰਦੇ ਨੇ ਕਿ ਅਗਲਾ ਨਿਸ਼ਾਨਾ ਕਿਤੇ ਪੰਜਾਬ ਤਾਂ ਨਹੀਂ ਹੈ। ਪੰਜਾਬ ਦੇ ਵਿੱਚ ਹਾਲ ਹੀ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਔਰ ਹੈਰਾਨੀਜਨਕ ਜਿਹੜੇ ਖੁਲਾਸੇ ਹੋਏ ਨੇ ਕਿ ਡਰੋਨ ਦੇ ਰਾਹੀਂ 8 ਵਾਰ ਜੇ ਪੰਜਾਬ ਦੇ ਵਿੱਚ ਹਥਿਆਰ ਸੁੱਟੇ ਜਾਂਦੇ ਨੇ ਤਾਂ ਫਿਰ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਇੰਟੈਲੀਜੈਂਸ ਕਿੱਥੇ ਹੈ, ਕਿੱਥੇ ਏਡਾ ਵੱਡਾ ਫੇਲੀਅਰ ਹੋ ਗਿਆ ਕਿ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਰਹੱਦ ਪਾਰ ਤੋਂ ਹਥਿਆਰ ਕਿਸ ਤਰੀਕੇ ਦੇ ਨਾਲ ਆ ਰਹੇ ਨੇ, ਉਹ ਹਥਿਆਰਾਂ ਦੀ ਵਰਤੋਂ ਕਿੱਥੇ ਹੋਣੀ ਸੀ। ਖੁਦਾ ਨਾ ਖਾਸਤਾ ਜੇ ਗ੍ਰਿਫਤਾਰੀਆਂ ਨਾ ਹੁੰਦੀਆਂ, ਜੇ ਇਹ ਵੀ ਸ਼ੰਕੇ ਪ੍ਰਗਟਾਏ ਜਾ ਰਹੇ ਨੇ ਜੇਕਰ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦੇਣਾ ਸੀ, ਜੇ ਉਹ ਸਾਰੀ ਟੀਮ ਇੱਕ ਥਾਂ ਤੇ ਇਕੱਠੀ ਹੋ ਜਾਂਦੀ ਤਾਂ ਸ਼ਾਇਦ ਕੁਝ ਵੀ ਹੋ ਸਕਦਾ ਸੀ। ਅਜਿਹਾ ਨਹੀਂ ਹੋ ਪਾਇਆ। ਕਿ ਇਸ ਨੂੰ ਇੰਟੈਲੀਜੈਂਸ ਫੇਲੀਅਰ ਮੰਨਿਆ ਜਾਵੇ ਜਾਂ ਇਹ ਮੰਨਿਆ ਜਾਵੇ ਕਿ ਹੁਣ ਦਹਿਸ਼ਤਗਰਦ ਪੰਜਾਬ ਪੁਲਿਸ ਜਾਂ ਇੰਟੈਲੀਜੈਂਸ ਤੋਂ ਜ਼ਿਆਦਾ ਸਿਆਣੇ ਹੋ ਗਏ ਨੇ, ਉਹਨਾਂ ਨੂੰ ਪਤਾ ਕਿ ਕਿਸ ਤਰੀਕੇ ਨਾਲ ਨਜਿੱਠਿਆ ਜਾਣਾ ਹੈ ਔਰ ਕੀ ਵਾਕਈ ਹੁਣ ਪੰਜਾਬ ਤੇ ਨਜ਼ਰ ਹੈਗੀ ਹੈ। ਇਸ ਦਾ ਕਰਤਾਰਪੁਰ ਕੋਰੀਡੋਰ ਜਾਂ ਪੰਜਾਬ ਭਾਰਤ ਪਾਕਿਸਤਾਨ ਦੇ ਜਿਹੜੇ ਆਪਸੀ ਸਬੰਧ ਖਰਾਬ ਹੋ ਰਹੇ ਨੇ ਉਹਨਾਂ ਨਾਲ ਕੋਈ ਲੈਣਾ ਦੇਣਾ ਹੈਗਾ? 300 ਜਿਹੜੀ ਧਾਰਾ ਹਟਾਈ ਗਈ ਹੈ ਉਹਦੇ ਨਾਲ ਕੋਈ ਲੈਣਾ ਦੇਣਾ ਹੈਗਾ? ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਕਿਉਂ ਦੇਖਿਆ ਜਾ ਰਿਹਾ ਹੈ, ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਮਹਿਮਾਨਾਂ ਦੇ ਨਾਲ ਜਾਣ ਪਛਾਣ ਕਰਾ ਦਿੰਦੇ ਹਾਂ। ਸਾਡੇ ਨਾਲ ਕਰਨਲ CDS ਕੰਬੋਜ ਸਾਹਿਬ ਮੌਜੂਦ ਨੇ, ਬੁਲਾਰੇ ਸ਼੍ਰੋਮਣੀ ਅਕਾਲੀ ਦਲ ਦੇ। ਇਕਬਾਲ ਸਿੰਘ ਜੀ ਮੌਜੂਦ ਨੇ, ਬੁਲਾਰੇ ਆਮ ਆਦਮੀ ਪਾਰਟੀ ਦੇ। ਵਿਕਰਮਜੀਤ ਸਿੰਘ ਜੀ ਮੌਜੂਦ ਨੇ, ਸੀਨੀਅਰ ਪੱਤਰਕਾਰ ਨੇ, ਡਿਫੈਂਸ ਕਵਰ ਕਰਦੇ ਨੇ। ਚੰਚਲ ਮਨੋਹਰ ਸਿੰਘ ਜੀ ਸੀਨੀਅਰ ਪੱਤਰਕਾਰ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ। ਵਿਕਰਮਜੀਤ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ। ਇਸ ਸਾਰੀਆਂ ਘਟਨਾਵਾਂ ਨੂੰ, ਜਿਹੜੀਆਂ ਹਾਲ ਫਿਲਹਾਲ ਘਟਨਾਵਾਂ ਹੋਈਆਂ ਨੇ, ਗ੍ਰਿਫਤਾਰੀਆਂ ਹੋਈਆਂ ਨੇ, ਇੰਨੀ ਵੱਡੀ ਗਿਣਤੀ ਦੇ ਵਿੱਚ ਅਸਲਾ ਫੜਿਆ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਸ ਸੰਦਰਭ ਨਾਲ ਦੇਖਦੇ ਹੋ, ਕਿਸ ਤਰੀਕੇ ਨਾਲ ਦੇਖਦੇ ਹੋ? ਕੀ ਜਿਹੜੀਆਂ ਹਾਲ ਫਿਲਹਾਲ ਘਟਨਾਵਾਂ ਹੁੰਦੀਆਂ ਰਹੀਆਂ ਨੇ ਇਹ ਉਸੇ ਦਾ ਇੱਕ ਹਿੱਸਾ ਛੋਟੀਆਂ ਮੋਟੀਆਂ ਘਟਨਾਵਾਂ ਦਾ, ਜਾਂ ਪਲੈਨਿੰਗ ਕੋਈ ਵੱਡੀ ਲੱਗਦੀ ਤੁਹਾਨੂੰ? ਆ ਜਿਹੜਾ ਡਰੋਨਸ ਯੂਜ਼ ਕੀਤੇ ਨੇ ਪਾਕਿਸਤਾਨ ਦੇ ISI ਔਰ ਉਹਨਾਂ ਦੇ ਜਿਹੜੇ ਜਿਹਾਦੀ ਫੋਰਸਿਸ ਨੇ, ਇਹ ਇੱਕ ਇਮਰਜਿੰਗ ਫਾਰਮ ਆਫ ਵਾਰਫੇਅਰ ਹੈਗਾ। ਔਰ ਇਹ ਤੁਸੀਂ ਦੇਖੋ, ਬੜਾ ਰੀਸੈਂਟਲੀ ਸਾਊਦੀ ਅਰੇਬੀਆ ਦੀ ਅਰਾਮਕੋ ਰਿਫਾਈਨਰੀ ਤੇ ਹਾਊਥੀ ਰੈਬਲਸ ਅਲੈਜਡਲੀ ਜਾਂ ਇਰਾਨ ਦੇ ਨੈਕਸਸ ਨੇ ਡਰੋਨਸ ਯੂਜ਼ ਕਰਕੇ ਸਾਊਦੀ ਅਰੇਬੀਆ ਦੀ 5% ਵਰਲਡ ਦੀ ਸਪਲਾਈ ਨੂੰ ਡਿਸਟਰੋਏ ਕਰਤਾ, ਡਿਸਰਪਟ ਕਰਤਾ। ਔਰ ਡਿਸਪਾਈਟ ਦ ਫੈਕਟ ਕਿ ਜਿਹੜੀ ਸਾਊਦੀ ਅਰੇਬੀਆ ਦੀ 에ਅਰ ਡਿਫੈਂਸ ਹੈਗੀ ਹੈ ਔਰ ਸਰਵੇਲੈਂਸ ਸਿਸਟਮਸ ਨੇ ਬਹੁਤ ਹਾਈ ਟੈਕਨੋਲੋਜੀ ਨੇ, US ਦੇ ਸਾਰੇ ਆਏ ਹੋਏ ਨੇ। ਨਾਓ ਦ ਪ੍ਰੋਬਲਮ ਵਿਚ ਰਾਈਜ਼ਸ in using drones is ਕਿ ਜਿਹੜੇ BSF ਔਰ ਜਿਹੜੀ ਸਾਡੀ ਏਜੰਸੀਜ਼ ਹੈਗੀਆਂ ਔਨ ਦ ਬਾਰਡਰ ਔਰ ਪੰਜਾਬ ਪੁਲਿਸ ਉਹਦੇ ਪਿੱਛੇ ਹੈਗੀ ਹੈ, we don't have the kind of air surveillance system to firstly detect the drone, ਕਿਉਂਕਿ ਡਰੋਨ ਦੀ ਸਪੀਡ ਘੱਟ ਹੈਗੀ ਹੈ ਔਰ ਇਹ ਲੋ ਫਲਾਈਂਗ ਹੈਗਾ। ਜਿਹੜੇ ਸਾਡੇ 에ਅਰ ਫੋਰਸ ਦੇ ਰਡਾਰਸ ਨੇ ਉਹ ਦੇ ਡਿਟੈਕਟ ਫਲਾਈਂਗ ਆਬਜੈਕਟਸ ਐਟ ਅ ਮਚ ਹਾਇਰ ਆਲਟੀਟਿਊਡ। ਸੋ ਫਰਸਟਲੀ ਡਿਟੈਕਸ਼ਨ ਆਫ ਡਰੋਨਸ ਬਹੁਤ ਵੱਡੀ ਪ੍ਰੋਬਲਮ ਹੈ ਔਰ ਸਾਡੇ ਕੋਲ ਉਹ ਟੈਕਨੋਲੋਜੀ ਹੈ ਨਹੀਂ ਟੂ ਡਿਟੈਕਟ ਦੀ ਡਰੋਨਸ। ਦੂਜੀ ਪ੍ਰੋਬਲਮ ਇਹ ਆਂਦੀ ਕਿ ਅਗਰ ਡਰੋਨ ਡਿਟੈਕਟ ਵੀ ਹੋ ਜਾਏ ਦੈਨ ਹਾਊ ਡੂ ਯੂ ਨਿਊਟਰਲਾਈਜ਼ ਦ ਡਰੋਨ? ਜਾਂ ਤੁਸੀਂ ਉਹਦੇ ਸਿਸਟਮਸ ਜੈਮ ਕਰੋ ਜਾਂ ਤੁਸੀਂ ਕਾਈਨੈਟਿਕ ਫੋਰਸ ਜਿਹਨੂੰ ਕਹਿੰਦੇ ਨੇ ਉਹਨੂੰ ਯੂਜ਼ ਕਰਕੇ ਡਰੋਨ ਨੂੰ ਹੇਠਾਂ ਲਿਆਓ। ਸੋ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਸੀਰੀਅਸ ਪ੍ਰੋਬਲਮ ਇਨ ਦ ਫਿਊਚਰ ਆ ਰਹੀ ਹੈ, ਕਿਉਂਕਿ ਇਹ ਅੱਜ ਤਾਂ ਇਹਨਾਂ ਨੇ ਸਿਰਫ ਵੈਪਨਰੀ ਭੇਜੀ ਹੈਗੀ ਆ। ਟੁਮਾਰੋ ਜਿਹਾਦੀਜ਼ ਕੈਨ ਯੂਜ਼ ਔਰ ਖਾਲਿਸਤਾਨੀਜ਼ ਕੈਨ ਯੂਜ਼ ਇਟ ਟੂ ਲੋਡ ਪੇਲੋਡ ਆਫ ਬੋmbs और 18 किलो तक भी टेस्ट होए ने, you know, on commercial drone. You see, these are very easily available ਜਿਹੜੇ commercial drones ਆਨਲਾਈਨ ਤੁਸੀਂ ਮੰਗਵਾ ਸਕਦੇ ਹੋ, ਸਾਰਾ ਕੁਝ ਤੁਸੀਂ ਅਸੈਂਬਲ ਕਰਕੇ ਉਹਨੂੰ। ਔਰ ਮੈਂ ਤੁਹਾਨੂੰ ਇਹਦੇ ਵਿੱਚ ਇੰਪੋਰਟੈਂਟ ਇਹਦੀ ਬੈਕਗ੍ਰਾਉਂਡ ਇਹ ਹੈਗੀ ਹੈ ਕਿ ਸਾਨੂੰ ਪਤਾ ਹੈ ਕਿ 2003 ਤੋਂ ਲਸ਼ਕਰ ਤੋਇਬਾ ਹੈਜ਼ ਬੀਨ ਸਰਚਿੰਗ ਫॉर drones to use। US ਦੀ FBI ਨੇ ਲਸ਼ਕਰ ਤੋਇਬਾ ਦਾ ਇੱਕ ਆਪਰੇਟਿਵ ਅਸਦ ਅਲੀ ਚਾਂਦੀਆ ਨੂੰ ਮੈਰੀਲੈਂਡ ਵਿੱਚ ਫੜਿਆ ਸੀਗਾ ਔਰ ਉਹ ਲਸ਼ਕਰ ਤੋਇਬਾ ਦੇ ਬਿਹਾਫ ਤੇ ਡਰੋਨ ਔਰ ਵਾਇਰਲੈਸ ਇਕਵਿਪਮੈਂਟ ਖਰੀਦ ਰਿਹਾ ਸੀਗਾ। ਸੋ ਇਹਨਾਂ ਦੀ ਜਿਹਾਦੀਜ਼ ਦੀ ਇਵੋਲਵਿੰਗ ਥਾਟ ਇਹ ਸੀਗੀ ਕਿ ਅਸੀਂ ਡਰੋਨਸ ਯੂਜ਼ ਕਰਾਂਗੇ। ਔਰ ਅੱਜ ਪ੍ਰੋਬਲਮ ਇਹ ਆ ਰਹੀ ਹੈ ਜਿਹਾਦੀਜ਼ ਨੂੰ, ਸਪੈਸ਼ਲੀ ਇਨ ਕਸ਼ਮੀਰ ਐਂਡ ਜੰਮੂ, ਕਿ ਸਾਡਾ ਜਿਹੜਾ ਬਾਰਡਰ ਸਿਸਟਮ ਹੈ ਉਹਦੇ ਗਰਾਊਂਡ ਰੇਡਾਰ ਸਿਸਟਮਸ, ਥਰਮਲ ਇਮੇਜਰੀ, ਨਾਈਟ ਰੇਡਾਰਸ ਬਹੁਤ ਸਟਰੋਂਗ ਨੇ। ਸੋ ਗਰਾਊਂਡ ਤੋਂ ਵੈਪਨਰੀ ਇੰਨੀ ਲਿਆਣੀ, ਬੰਦੇ ਲਿਆਣੇ ਔਖਾ ਹੈਗਾ। ਬਟ ਉੱਪਰੋਂ ਅਗਰ ਅਸੀਂ ਡਰੋਨ ਦੇ ਥਰੂ ਭੇਜ ਦਿੰਦੇ ਹਾਂ, ਉਹ ਸਾਡੇ ਕੋਲ ਟੈਕਨੋਲੋਜੀ ਅਪਗ੍ਰੇਡੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਉਹ ਅਸੀਂ ਕੀਤੀ ਨਹੀਂ ਹੈਗੀ ਐਜ਼ ਆਫ ਨਾਓ। ਔਰ ਦੂਜੀ ਪ੍ਰੋਬਲਮ ਸਾਨੂੰ ਇਹ ਇਹਦੇ ਵਿੱਚ ਪੈਂਦੀ ਹੈਗੀ ਹੈ ਕਿ ਡਰੋਨਸ ਇਫ ਯੂ ਯੂਜ਼, ਉਹਦੇ ਵਿੱਚ ਡਿਨਾਇਬਿਲਿਟੀ ਫੈਕਟਰ ਬਹੁਤ ਵੱਡਾ ਹੈ। ਵੀ ਕੈਨੋਟ ਪਿਨ ਡਾਊਨ ਬਲੇਮ ਈਜ਼ੀਲੀ ਔਨ ਪਾਕਿਸਤਾਨ ਔਰ ਦ ਜਿਹਾਦੀਜ਼, ਕਿਉਂਕਿ ਅਨਮੈਨਡ ਵਹੀਕਲ ਹੈਗਾ, ਕਿਤੋਂ ਵੀ ਤੁਸੀਂ ਆਨਲਾਈਨ ਆਰਡਰ ਕਰ ਲਓ, ਅਸੈਂਬਲ ਕਰ ਲਓ। ਸੋ ਡਿਨਾਇਬਿਲਿਟੀ ਆਫ ਅਸਿਮੈਟ੍ਰਿਕ ਵਾਰਫੇਅਰ
ਐਂਡ ਲੀਥੈਲਿਟੀ। ਦੇਖੋ ਅੱਜ ਸਾਡੀ ਕੋਈ ਬਹੁਤ ਵੱਡੀ ਸਟ੍ਰੈਟੇਜਿਕ ਇੰਸਟਾਲੇਸ਼ਨ ਹੈ, ਕੋਈ ਬੇਸ ਹੈ, ਕੋਈ 에ਅਰਫੋਰਸ ਦਾ ਸਟੇਸ਼ਨ ਹੈ ਜੀ। ਸਾਡੀ ਜਿਹੜੀ ਡਿਫੈਂਸਸ ਨੇ ਉਹ ਪੈਰੀਮੀਟਰ ਡਿਫੈਂਸਸ ਨੇ। ਵੀ ਆਰ ਗੇਟ ਕੇ ਕੋਈ ਬੰਦਾ ਅਟੈਕ ਕਰੇ ਤੇ ਅਸੀਂ ਉਹਨੂੰ ਇਮੀਡੀਏਟਲੀ ਮਾਰ ਦੂੰਗੇ, ਬਟ ਫਰੋਮ ਦੀ 에ਅਰ ਬਹੁਤ ਮੁਸ਼ਕਲ ਹੈ। ਐਂਡ ਐਟ ਨਾਟ ਵੈਰੀ ਹਾਈ ਨਾਟ ਵੈਰੀ ਲੋ ਐਲਟੀਟਿਊਡ, ਉਹਦੇ ਵਿਚਕਾਰ ਇਹ ਜਿਹੜੇ ਅਟੈਕ ਹੋਣਗੇ ਉਹ ਸਾਨੂੰ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਬਹੁਤ ਜ਼ਿਆਦਾ ਚਾਹੀਦੀ। ਔਰ ਵਰੀਸਮ ਫੈਕਟਰ ਇਹ ਹੈਗਾ ਕਿ ਈਵਨ ਦ US does not have very good anti-drone। ਪਰ ਵਿਕਰਮ ਤੁਹਾਨੂੰ ਲੱਗਦਾ ਕਿ ਚਲੋ ਇੱਕ ਅੱਧੀ ਵਾਰ ਦੋ ਵਾਰ ਅਸੀਂ ਮੰਨ ਲਿਆ, ਪਰ ਇਹ ਬੜਾ ਹੈਰਾਨ ਕਰਨ ਵਾਲਾ ਹੈ ਕਿ 8 ਵਾਰ ਅਜਿਹੀ ਵਾਰਦਾਤ ਹੋ ਜਾਂਦੀ ਹੈ ਔਰ ਸਾਨੂੰ ਕੰਨੋ ਕੰਨ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਖਬਰ ਹੀ ਨਹੀਂ। ਇਹ ਫਿਕਰ ਵਾਲੀ ਗੱਲ ਨਹੀਂ ਹੈ। ਦੇਖੋ ਫਰਸਟ ਫੇਲਿਅਰ ਇਜ਼ ਆਫ ਦ ਸਰਵੇਲੈਂਸ, ਇਟ ਇਜ਼ ਅ ਸਰਵੇਲੈਂਸ ਫੇਲਿਅਰ ਕਿ ਜਿਹੜਾ ਬਾਰਡਰ ਤੇ ਅਸੀਂ ਸਰਵੇਲੈਂਸ ਜਿਹੜਾ ਨਿਗਰਾਨੀ ਰੱਖਦੇ ਹਾਂ ਉਹ ਅਸੀਂ ਨਹੀਂ ਕਰ ਸਕੇ। ਸਾਡੇ ਕੋਲ ਟੈਕਨੋਲੋਜੀਕਲ ਮੀਨਸ ਨਹੀਂ ਸੀਗੇ, ਦੇ ਪਲੇਡ ਅ ਵੈਰੀ ਸਮਾਰਟ ਗੇਮ। ਸੈਕੰਡ ਇਜ਼ ਕਿ ਜਦ ਉਹ ਅੰਦਰ ਆ ਕੇ ਸਾਡੇ ਪੰਜਾਬ ਵਿੱਚ ਲੈਂਡ ਕਰ ਗਿਆ ਹੈ, ਸੋ ਪੰਜਾਬ ਪੁਲਿਸ ਔਰ ਜਿਹੜੀ ਇੰਟੈਲੀਜੈਂਸ ਬਿਊਰੋ ਔਰ ਸਾਰੀਆਂ ਹੈਗੀਆਂ ਦੇ ਸ਼ੁੱਡ ਬੀ ਏਬਲ ਟੂ ਡਿਟੈਕਟ ਕਿ ਇਹ ਦੇਖੋ ਕੀ ਚੀਜ਼ ਆ ਕੇ ਲੈਂਡ ਕਰਕੇ ਇੱਕ ਰਾਤ ਨੂੰ ਇਹ ਗੁੱਡਸ ਟ੍ਰਾਂਸਫਰ ਹੋ ਰਹੇ ਨੇ। ਠੀਕ ਹੈ, ਇਟਸ ਨਾਟ ਵਾਂਸ 8 ਟਾਈਮਸ। ਔਰ ਮੈਨੂੰ ਲੱਗਦਾ ਹੈ ਕਿ ਦੇਖੋ 12 ਸਤੰਬਰ ਨੂੰ ਲਖਨਪੁਰ ਤੇ ਇਹਨਾਂ ਨੇ ਟਰੱਕ ਇੰਟਰਸੈਪਟ ਕੀਤਾ ਹੈ ਜਿਹਦੇ ਵਿੱਚ 3 ਜੈਸ਼-ਏ-ਮੁਹੰਮਦ ਟੈਰਰਿਸਟ ਵਰ ਕਾਟ ਐਂਡ 6 AK-47 and AK-56 ਰਾਈਫਲਸ ਵਰ ਕਾਟ ਵਿਦ ਐਮੂਨੀਸ਼ਨ, ਔਰ ਉਹ ਪੰਜਾਬ ਤੋਂ ਹੀ ਆ ਰਿਹਾ ਸੀ ਟਰੱਕ। ਮਤਲਬ ਤੁਸੀਂ ਇਹ ਹੈਰਾਨਗੀ ਲਾਓ, ਪੂਰਾ ਪੰਜਾਬ ਉਹ ਨਿਕਲ ਆਏ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਫੜਿਆ ਹੀ ਨਹੀਂ ਗਿਆ ਕਿਤੇ। ਔਰ ਇਹ ਵੀ ਸਸਪੀਸ਼ਨ ਹੈ ਕਿ it could have been drones which supplied those weapons also, which went undetected. So I think this is an emerging asymmetric deniable warfare ਜਿਹਦੇ ਲਈ ਸਾਨੂੰ we don't need more forces but we need very high level of technology। ਬਿਲਕੁਲ। ਸੀਡੀਐਸ ਕੰਬੋਜ ਸਾਹਿਬ, ਚਲੋ ਇੱਕ ਗੱਲ ਵਿਕਰਮ ਜੀ ਨੇ ਕਹਿ ਦਿੱਤੀ ਕਿ ਟੈਕਨੋਲੋਜੀ ਦੀ ਘਾਟ ਹੈਗੀ, ਅਸੀਂ ਵੀ ਮੰਨਦੇ ਹਾਂ ਕਿ ਘੱਟੋ ਘੱਟ ਡਰੋਨ ਨੂੰ ਡਿਟੈਕਟ ਕਰਨ ਲਈ ਜਾਂ ਫੜਨ ਦੇ ਲਈ ਟੈਕਨੋਲੋਜੀ ਦੀ ਖਾਮੀ ਅਸੀਂ ਮੰਨ ਸਕਦੇ ਹਾਂ, ਪਰ ਇੱਕ ਹਥਿਆਰਾਂ ਨਾਲ ਲੈਸ ਗੱਡੀ ਪੰਜਾਬ ਦੇ ਵਿੱਚੋਂ ਨਿਕਲ ਕੇ ਜਾਂਦੀ ਹੈ ਜਿਹਦੇ ਵਿੱਚ ਦਹਿਸ਼ਤਗਰਦ ਵੀ ਨੇ ਔਰ ਕਿਸੇ ਵੀ ਤਰੀਕੇ ਦੇ ਨਾਲ ਉਹ ਡਿਟੈਕਟ ਨਹੀਂ ਹੁੰਦੀ, ਫਿਰ ਤਾਂ ਫਿਕਰ ਬੜੀ ਚਿੰਤਾ ਵਾਲੀ ਗੱਲ ਹੈ। ਔਰ ਉਦੋਂ ਜਦੋਂ ਅਲਰਟ ਵੀ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਕੁਝ ਤਰਨਤਾਰਨ ਦੇ ਵਿੱਚ ਬਲਾਸਟ ਹੁੰਦਾ ਤਾਂ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਅਲਰਟ ਤੇ ਆ ਪੂਰਾ ਪੰਜਾਬ, ਬੜੇ ਸੁਰੱਖਿਆ ਚਾਕ ਚੁਬੰਦ ਨੇ। ਇਹ ਸੁਰੱਖਿਆ ਚਾਕ ਚੁਬੰਦ ਹੈਗੀ ਹੈ, ਇਹ ਸਵਾਲ ਨਹੀਂ ਖੜਾ ਹੁੰਦਾ। ਫਿਰ ਦੇਖੋ ਪਹਿਲੀ ਗੱਲ ਜਿਹੜੀ ਡਰੋਨ ਵਾਲੀ ਗੱਲ ਹੈ, ਡਰੋਨ ਜਿਹੜੇ ਨੇ ਜਿੱਦਾਂ ਵਿਕਰਮ ਜੀ ਨੇ ਕਿਹਾ ਕਿ ਫਿਊਚਰ ਦੇ ਵਿੱਚ ਇਸ ਤਰ੍ਹਾਂ ਦਾ ਹੋਣ ਵਾਲਾ ਤੇ ਜਿਹੜੀ ਕਨਵੈਨਸ਼ਨਲ ਵਾਰਸ ਹੈ ਉਹ ਨਹੀਂ ਹੋਣਗੀਆਂ। ਆਰਮੀ ਦੇ ਵਿੱਚ ਇੱਕ ਗੱਲ ਸਿਖਾਈ ਜਾਂਦੀ ਹੈ ਕਿ ਸਰਪ੍ਰਾਈਜ਼ ਫੈਕਟਰ। ਇਹ ਡਰੋਨ ਵਾਲਾ ਕੰਮ ਜਿਹੜਾ ਹੋਇਆ ਹੈਗਾ ਇਟ ਹੈਜ਼ ਕਮ ਐਜ਼ ਅ ਸਰਪ੍ਰਾਈਜ਼। ਜਿਵੇਂ ਉਹਨਾਂ ਨੇ ਬੰਬੇ ਤੋਂ ਅਟੈਕ ਕੀਤਾ ਤੇ ਇਹ ਕਿਸੇ ਨੂੰ ਆਸ ਨਹੀਂ ਸੀ ਕਿ ਸਮੁੰਦਰ ਥਾਣੀ ਆਉਣਗੇ ਤੇ ਉਹ ਸਮੁੰਦਰ ਥਾਣੀ ਅਟੈਕ ਕਰਕੇ ਚਲੇ ਗਏ। ਜਿੱਥੋਂ ਤੱਕ ਟੈਕਨੋਲੋਜੀ ਦਾ ਸਵਾਲ ਹੈ, ਜਿਹੜੀ ਲੋ ਫਲਾਈਂਗ ਟਾਰਗੇਟ ਵਾਸਤੇ ਸਾਡੇ ਕੋਲ ਇੰਦਰਾ 1 ਜਿਹੜੇ ਰਡਾਰਸ ਹੈਗੇ ਨੇ, ਜਿਹੜੇ ਗਰਾਊਂਡ ਵਾਸਤੇ ਜਿਹੜੇ ਹੈ ਸਾਡੇ ਕੋਲ ਬੈਟਲਫੀਲਡ ਸਰਵੇਲੈਂਸ ਰਡਾਰ 1400 ਤੋਂ ਜ਼ਿਆਦਾ ਹੈਗੇ ਨੇ। ਵੀ ਹੈਵ ਗਾਟ ਇੰਦਰਾ 1, ਵੀ ਹੈਵ ਗਾਟ ਇੰਦਰਾ 2। ਉਸ ਤੋਂ ਬਿਨਾਂ ਜਿਹੜਾ ਹੈ ਜਦੋਂ ਜਿਹੜੀ ਹੈ ਸਾਡੇ ਕੋਲ 에ਅਰ ਡਿਫੈਂਸ ਆਰਟਿਲਰੀ ਦੇ ਰਡਾਰ ਨੇ, ਮਿਸਾਈਲ ਦੇ ਰਡਾਰ ਨੇ, ਉਸ ਤੋਂ ਬਿਨਾਂ 에ਅਰ ਫੋਰਸ ਦੇ ਰਡਾਰ ਨੇ। ਇਹ ਅਲੱਗ-ਅਲੱਗ ਹਾਈਟਸ ਦੇ ਉੱਤੇ ਜਿਹੜੇ ਹੈ ਔਰ ਅਲੱਗ-ਅਲੱਗ ਡਿਸਟੈਂਸ ਦੇ ਉੱਤੇ ਜਿਹੜਾ ਹੈ ਕਵਰ ਕਰਦੇ ਨੇ। ਲੇਕਿਨ ਜਿਹੜੀ ਡਰੋਨ ਵਾਲੀ ਗੱਲ ਹੈ, ਡਰੋਨ ਜਿਹੜਾ ਹੈ 1 ਗ੍ਰਾਮ ਤੋਂ ਛੋਟੇ ਵਾਲਾ ਡਰੋਨ ਵੀ ਹੈਗਾ ਜੀ, ਬਿਲਕੁਲ ਲੈਸ ਦੈਨ 1 ਗ੍ਰਾਮ। ਔਰ ਜਿਹੜੀ ਸਪੀਡ ਜਿਹੜੀ ਦੀ ਗੱਲ ਹੈ, ਸੁਪਰਸੋਨਿਕ ਸਪੀਡ ਵਾਲੇ ਵੀ ਇਹ ਡਰੋਨ ਨੇ। ਐਕਚੁਅਲੀ ਜੇ ਤੁਸੀਂ ਗੱਲ ਕਰੋ ਤੇ ਜੋ ਮੂਨ ਦੇ ਉੱਤੇ ਜੋ ਜਾ ਰਿਹਾ ਦੈਟ ਇਜ਼ ਆਲਸੋ ਅ ਡਰੋਨ। ਸੋ ਨਾਓ ਦਿਸ ਥਿੰਗ ਇਜ਼ ਕਿ ਹਾਊ ਇਟ ਕੇਮ ਆਊਟ, ਕਿੱਦਾਂ ਉਹ ਅਨਡਿਟੈਕਟਡ ਆ ਗਏ, ਦੈਟ ਇਜ਼ ਦ ਵਰੀਸਮ। ਮੈਨੂੰ ਇਦਾਂ ਲੱਗਦਾ ਹੈਗਾ ਕਿ ਕਿਸੇ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਡਰੋਨ ਵੀ ਇੱਧਰ ਆਉਣਗੇ। ਜਿਹੜਾ ਬੰਦਾ ਉੱਥੇ ਰਡਾਰ ਦੇ ਉੱਤੇ ਬੈਠਾ ਹੈ, ਦੇਖੋ ਇਟ ਇਜ਼ ਅ ਵੈਰੀ ਸਮਾਲ ਟਾਰਗੇਟ। ਜਿਹੜਾ ਜਹਾਜ਼ ਵੀ ਹੁੰਦਾ ਹੈ ਜਦੋਂ ਤੁਸੀਂ ਉਹਨੂੰ ਰਡਾਰ ਤੇ ਦੇਖਦੇ ਹੋ ਤਾਂ ਇਟ ਇਜ਼ ਲਾਈਕ ਅ ਪਿਨ। ਤਾਂ ਇਟ ਇਜ਼ ਅ ਸਮਾਲ ਟਾਰਗੇਟ ਔਰ ਉਹਨੂੰ ਤੁਸੀਂ ਉਹਦਾ ਧਿਆਨ ਵੀ ਨਹੀਂ ਕਿ ਤੁਸੀਂ ਇਦਾਂ ਦਾ ਕੁਝ ਹੋ ਸਕਦਾ ਹੈ। ਨਾਓ ਇਟ ਹੈਜ਼ ਕਮ ਇਨ ਟੂ ਲਾਈਟ। ਆਈ ਐਮ ਸ਼ੋਰ ਸਾਡੀ ਆਰਮੀ, 에ਅਰ ਫੋਰਸ, ਐਵਰੀਬਾਡੀ ਉਹ ਜਿਹੜੇ ਹੈ ਦੇ ਵਿਲ ਬੀ ਵਰਕਿੰਗ ਔਨ ਇਟ ਐਂਡ ਦੇ ਵਿਲ ਕਵਰ ਇਟ। ਤੁਸੀਂ ਇੱਕ ਅੱਧੀ ਵਾਰੀ ਜਿਹੜਾ ਹੈ ਤੁਸੀਂ ਉਹ ਜਿਹੜਾ ਸਰਪ੍ਰਾਈਜ਼ ਫੈਕਟਰ ਜਿਹੜਾ ਹੈ ਉਹ ਆਇਆ ਹੈ, ਹੋ ਗਿਆ ਹੈ, ਬਟ ਦਿਸ ਡਜ਼ ਨਾਟ ਮੀਨ ਕਿ ਸਾਡੀ ਸਰਵੇਲੈਂਸ ਮਾੜੀ ਹੈ, ਸਾਡੀ ਇੰਟੈਲੀਜੈਂਸ ਮਾੜੀ ਹੈ। ਸਾਡੇ ਕੋਲ ਇਸ ਤੋਂ ਬਿਨਾਂ ਸੈਟੇਲਾਈਟਸ ਤੋਂ ਵੀ ਇਨਫੋਰਮੇਸ਼ਨ ਹੈ, ਪਰ ਓਨਲੀ ਥਿੰਗ ਇਜ਼ ਦੈਟ ਜੇ ਇਹ ਕੁਤਾਹੀ ਹੋਈ ਹੈ, ਹੁਣ ਦੇਖੋ ਇੱਕ ਤਰ੍ਹਾਂ ਦਾ ਪੇਂਟ ਆਉਂਦਾ। ਕੁਤਾਹੀ ਮੰਨਦੇ ਹੋ ਕਿ ਨਹੀਂ ਮੰਨਦੇ? ਤੁਸੀਂ ਕਹਿ ਰਹੇ ਹੋ ਕਿ ਇਹ ਸਰਪ੍ਰਾਈਜ਼ ਹੈ, ਕਿਸੇ ਨੂੰ ਪਤਾ ਨਹੀਂ ਸੀ ਵੀ ਇਦਾਂ ਵੀ ਹੋ ਸਕਦਾ, ਪਰ ਕੀ ਅਸੀਂ ਇਸ ਗੱਲ ਨੂੰ ਲੈ ਕੇ ਛੱਡ ਸਕਦੇ ਹਾਂ ਕਿ ਇਦਾਂ ਪਹਿਲੀ ਵਾਰ ਹੋ ਗਿਆ ਇਸ ਕਰਕੇ ਪਤਾ ਨਹੀਂ ਲੱਗਿਆ? ਨਹੀਂ, ਆਈ ਸੈਡ ਹੋਇਆ ਹੈ ਨਾ, ਤਾਂ ਹੁਣ ਜੇ ਹੋਇਆ ਹੈ ਤਾਂ ਗਲਤੀ ਹੋਈ ਹੈ, ਕੁਤਾਹੀ ਹੋਈ ਹੈ।
ਉਹ ਅੰਦਰ ਆਏ ਨੇ ਔਰ ਜਿਹੜਾ ਹੈ ਹਥਿਆਰ ਸਿੱਟ ਕੇ ਗਏ ਨੇ। ਜਦ ਇਹ ਚਿੰਤਾ ਦੀ ਗੱਲ ਹੈ ਔਰ ਮੇਰਾ ਖਿਆਲ ਹੈ ਆਪਣੀ ਆਰਮੀ 에ਅਰਫੋਰਸ ਜਿਹੜੀ ਹੈ ਇਸ ਬਾਰੇ ਜ਼ਰੂਰ ਆਲਰੇਡੀ ਦੇ ਮਸਟ ਹੈਵ ਬੀਨ ਵਰਕਿੰਗ ਵੈਰੀ ਹਾਰਡ ਕਿ ਇਹ ਦੁਬਾਰਾ ਜਿਹੜਾ ਹੈ ਪਲੱਗ ਨਾ ਹੋਵੇ, ਮਤਲਬ ਦੁਬਾਰਾ ਇਦਾਂ ਦੀ ਘਟਨਾ ਨਾ ਹੋਵੇ। ਠੀਕ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈਗੀ ਹੈ, ਜਿਹੜੀ ਪਹਿਲੀ ਵਾਲੀ ਗੱਲ ਕਿ ਵੀ ਡਰੋਨਸ ਵਾਲੀ ਦੇ ਵਿੱਚ ਹੁਣ ਜੇ ਰਾਤ ਨੂੰ ਇੱਕ ਡਰੋਨ ਛੋਟਾ ਜਿਹਾ ਡਰੋਨ ਹੈ ਉਹ ਰਾਤ ਨੂੰ ਆਉਂਦਾ ਹੈਗਾ ਤੇ ਉੱਥੇ ਸਮਾਨ ਛੱਡ ਕੇ ਚਲੇ ਜਾਂਦਾ ਹੈ, ਤਾਂ ਪੰਜਾਬ ਪੁਲਿਸ ਇਹ ਤਾਂ ਮੈਂ ਮੰਨਦਾ ਕਿ ਪੰਜਾਬ ਪੁਲਿਸ ਉਹਦੇ 'ਚ ਕੋਈ ਹੱਥ ਨਹੀਂ, ਪਰ ਜਿਹੜੀ ਤੁਸੀਂ ਦੂਜੀ ਗੱਲ ਕਹੀ ਹੈ ਉਹ ਬਹੁਤ ਚਿੰਤਾਜਨਕ। ਚਿੰਤਾ ਲਈ ਦੈਟ ਮੀਨਸ ਸਾਡੀ ਜਿਹੜੀ ਸਰਵੇਲੈਂਸ ਹੈ ਜਾਂ ਸਾਡੀ ਜਿਹੜੀ ਲੋਕਾਂ ਨੂੰ ਵੀ ਚਾਕ ਚੌਬੰਦ ਕਰਤਾ ਪੁਲਿਸ ਬੜੀ ਤਿਆਰ ਹੈ ਇਹ ਉਹਦੇ ਵਿੱਚ ਇਦਾਂ ਦੀ ਗੱਡੀ ਨਿਕਲ ਕੇ ਚਲੇ ਜਾਵੇ, ਇਹ ਤਾਂ ਅੱਜ ਕਾਂਗਰਸ ਦਾ ਇੱਥੇ ਨੁਮਾਇੰਦਾ ਹੈ ਨਹੀਂ, ਤਾਂ ਇਹ ਤਾਂ ਗਵਰਨਮੈਂਟ ਵਾਸਤੇ ਇੱਕ ਬਹੁਤ ਹੀ ਮਾੜੀ ਗੱਲ ਹੈ ਔਰ ਇਸ ਦੀ ਉਹਨਾਂ ਨੂੰ ਜਵਾਬਦੇਹੀ ਬਣਦੀ ਹੈ। ਇਕਬਾਲ ਸਿੰਘ ਜੀ, ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਪਹਿਲੀ ਘਟਨਾ ਨਹੀਂ ਹੈ, ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਪਰ ਚਲੋ ਹੁਣ ਦੇ ਕਾਰਜਕਾਲ ਦੇ ਜੇ ਨਜ਼ਰ ਪਾਓ, ਪਿਛਲੇ 2.5 ਸਾਲਾਂ ਦੇ ਵਿੱਚ ਨਜ਼ਰ ਪਾਓ ਤਾਂ ਬੜੇ ਅਜਿਹੇ ਹਾਦਸੇ ਹੋਏ ਨੇ, ਵਾਰਦਾਤਾਂ ਹੋਈਆਂ ਨੇ ਜਿਹੜੀਆਂ ਹੈਰਾਨ ਕਰਦੀਆਂ ਨੇ। ਮਕਸੂਦਾ ਹੋਇਆ, ਰਾਜਾ ਸਾਂਸੀ ਹੋਇਆ, ਮੌੜ ਹੋਇਆ, ਮੋਗਾ ਹੋਇਆ, ਹੁਣ ਤੱਕ ਹੋਇਆ। ਫਿਰ ਅਸੀਂ ਇਹ ਬਲੇਮ ਕਰਦੇ ਹਾਂ, ਸਰਕਾਰ ਕਹਿੰਦੀ ਹੈ ਕਿ ਇਹਨਾਂ ਚੀਜ਼ਾਂ ਦੇ ਸੰਬੰਧ ਜਿਹੜੇ ਨੇ ਅੱਤਵਾਦ ਨਾਲ ਹੈਗੇ ਨੇ, ਪਰ ਫਿਰ ਸਾਡੀ ਪੰਜਾਬ ਪੁਲਿਸ ਕਰ ਕੀ ਰਹੀ ਹੈ? ਅਸੀਂ ਕਹਿੰਦੇ ਹਾਂ ਕਿ ਇਹ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਨੇ ਪੰਜਾਬ ਪੁਲਿਸ ਦੇ ਹੋਣੇ ਚਾਹੀਦੇ ਨੇ, ਪਰ ਪੰਜਾਬ ਪੁਲਿਸ ਲੱਗੀ ਹੋਈ ਹੈ VVIP ਨੂੰ ਸਿਕਿਉਰਡ ਕਰਨ ਦੇ ਲਈ, ਉਹਨਾਂ ਦੀ ਰੱਖਿਆ ਦੇ ਲਈ, ਫਿਰ ਪੰਜਾਬ ਪੁਲਿਸ ਕਿੱਥੇ ਹੈ? ਹਾਂ ਬਿਲਕੁਲ, ਸਵਾਲ ਤਾਂ ਇਹੀ ਉੱਠਦਾ ਨਾ, ਫਿਰ ਜੇ ਤੁਸੀਂ ਚਿੰਤਾ ਕਰਦੇ ਹੈ ਤਾਂ ਫਿਰ ਚਿੰਤਾ ਪੂਰੀ ਤਰ੍ਹਾਂ ਹੋਣੀ ਚਾਹੀਦੀ ਹੈ। ਇੱਕ ਖਾਲੀ ਬਿਆਨਬਾਜ਼ੀ ਨਾਲ ਜਾਂ ਟਵਿੱਟਰ ਵਾਰ ਕਰਕੇ ਤੁਹਾਡੀ ਚਿੰਤਾ ਖਤਮ ਨਹੀਂ ਹੋ ਜਾਂਦੀ। ਤੇ ਇਹ ਜਿਹੜੇ ਹੋਇਆ ਡਰੋਨ ਦਾ ਵੀ, ਇਹ ਵੀ ਇੱਕ ਤਾਂ ਵੈਸੇ ਇਹ ਸੈਂਟਰ ਸਰਕਾਰ ਦਾ ਮੈਟਰ ਹੈ, ਉਹ ਦੇਖਦੀ ਵੀ ਹੋਣੀ ਇਹਨੂੰ, ਕਿਉਂਕਿ ਵੱਡੇ ਪੱਧਰ ਤੇ ਏਜੰਸੀਆਂ ਇਹਨੂੰ ਵਾਚ ਕਰਦੀਆਂ, ਸਟੇਟ ਇਹਨੂੰ ਕਰ ਵੀ ਨਹੀਂ ਸਕਦੀ ਟੈਕਲ। ਕੋਈ ਬਾਹਰੋਂ ਜਦੋਂ ਹਮਲਾ ਹੁੰਦਾ ਕਿਸੇ ਦੇਸ਼ ਦਾ, ਉਹਨੂੰ ਸਟੇਟ ਸਰਕਾਰ ਦਾ ਸਬਜੈਕਟ ਵੀ ਹੈ ਨਹੀਂ। ਸਾਨੂੰ ਹੈਗਾ ਵੀ ਸਾਡੇ ਅੰਦਰ ਸਟੇਟ 'ਚ ਅਸੀਂ ਕਿੰਨੇ ਸਟਰੋਂਗ ਹੈ, ਗੱਲ ਤਾਂ ਉਹ ਹੈ, ਸਾਡੀ ਫੋਰਸਾਂ ਕਿੰਨੀਆਂ ਸਟਰੋਂਗ ਹੈ, ਤੇ ਸਾਡਾ ਜਿਹੜਾ ਨੌਜਵਾਨ ਹੈ ਉਹ ਕਿਤੇ ਭਟਕ ਤਾਂ ਨਹੀਂ ਜਾਊਗਾ, ਉਹਨੂੰ ਸਹੀ ਉਹਨੂੰ ਰਸਤਾ ਮਿਲ ਰਿਹਾ, ਉਹ ਜੌਬ ਉਹਨੂੰ ਮਿਲ ਰਹੀ ਹੈ। ਜੇ ਉਹਨੂੰ ਬੀਜੀ ਆਪਾਂ ਕਰ ਲੈਂਦੇ ਆ ਤਾਂ ਜਿੰਨੇ ਚਾਹੇ 1 ਕੁਆਂਟਲ ਸਿੱਟ ਜਾਣਾ ਇੱਥੇ AK-47, ਜੇ ਚੱਕਣ ਵਾਲਾ ਹੀ ਨਹੀਂ ਕੋਈ, ਉਹ ਸਕ੍ਰੈਪ ਹੈ। ਗੱਲ ਤਾਂ ਉਹ ਹੈ ਨਾ, ਜੇ ਤੁਸੀਂ ਇਹੋ ਜਿਹੇ ਫੋਰਸਾਂ ਪੈਦਾ ਕਰੋਗੇ ਆਪਣੀ ਸਟੇਟ 'ਚ, ਫਿਰ ਬਾਹਰੋਂ ਕੋਈ ਸਿੱਟ ਕੇ ਜਾਊਗਾ, ਬਾਹਰ ਵਾਲੇ ਨੂੰ ਫਿਰ ਗਲਤੀ ਨਾ ਤੁਸੀਂ ਕਹੋ, ਗਲਤ ਤੁਸੀਂ ਹੈ, ਕਿਉਂਕਿ ਤੁਹਾਡੇ ਨੌਜਵਾਨ ਚੱਕ ਰਹੇ ਨਾ, ਤਾਂ ਹੀ ਉਹ ਬਾਹਰੋਂ ਬੰਦਾ ਤਾਂ ਉਹੀ ਵੇਚੂਗਾ ਨਾ ਜਿਹਦੇ ਅੱਗੇ ਕੋਈ ਖਰੀਦਦਾਰ ਹੋਵੇ। ਜੇ ਤੁਹਾਡੇ ਨੌਜਵਾਨ ਇੰਨੇ ਪਰਪੱਕ ਹੋਣ, ਇੰਨੇ ਐਜੂਕੇਟ ਹੋਣ, ਇੰਨਾ ਉਹਨਾਂ ਨੂੰ ਮਤਲਬ ਨੌਲੇਜ ਤੁਹਾਡੀ ਹੋਵੇ, ਉਹ ਕੰਮਾਂ ਕਾਰਾਂ 'ਚ ਬਿਜੀ ਹੋਣ, ਉਹ ਇਹ ਗਲਤ ਪਾਸੇ ਨੂੰ ਜਾਣੇ ਨਾ, ਤੇ ਦੂਜਾ ਤੁਹਾਡੀਆਂ ਫੋਰਸਾਂ। ਤੁਸੀਂ ਮੰਨਦੇ ਹੋ ਕਿ ਈਜ਼ੀ ਅਵੇਲੇਬਿਲਿਟੀ ਹੈ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਇਦਾਂ ਦੇ ਰਾਜ? ਹਾਂ ਬਿਲਕੁਲ। ਪਾਕਿਸਤਾਨ 'ਚ ਕਿਉਂ ਹੈ? ਆਪਾਂ ਨੂੰ ਸਾਰਾ ਜੀਓਗ੍ਰਾਫੀ ਸਮਝਣਾ ਪਊਗਾ। ਪਾਕਿਸਤਾਨ ਕਹਿੰਦੇ 5 ਜਾਂ 10 ਹਜ਼ਾਰ ਦਾ ਲਾਲਚ ਦੋ, ਅੱਤਵਾਦੀ ਮਿਲ ਜਾਂਦਾ ਤੁਹਾਨੂੰ, ਭੁੱਖੇ ਮਰਦੇ ਲੋਕ, ਤਾਂ ਹੀ ਹੈ ਨਾ ਉੱਥੇ। ਰੋਜ਼ ਕਸ਼ਮੀਰ 'ਚ ਇਨਫਿਲਟ੍ਰੇਸ਼ਨ ਕਿਉਂ ਹੋ ਰਹੀ ਹੈ? ਉੱਥੇ ਬੇਰੁਜ਼ਗਾਰੀ ਹੈ। ਜੇ ਉਹ ਦੇਸ਼ ਤਰੱਕੀ ਕਰੇ ਤਾਂ ਕਿਉਂ ਚਾਈਨਾ ਤੋਂ ਕੋਈ ਆਉਂਦਾ? ਕਿਉਂ ਆਊਗਾ ਮੱਥਾ ਮਾਰੀ ਕਰਨ ਕੋਈ? ਸਾਰਾ ਨਾਰਥ ਵਾਲਾ ਬਾਰਡਰ ਸਾਡਾ ਡਿਸਟਰਬ ਹੈ ਨਾ, ਹੋਰ ਕਿਸੇ ਪਾਸੇ ਤਾਂ ਨਹੀਂ ਹੈ ਜੀ। ਅੱਛਾ, ਫਿਰ ਹੁਣ ਸੈਂਟਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ। ਇਜ਼ਰਾਈਲ ਇੰਨਾ ਛੋਟਾ ਜਿਹਾ ਦੇਸ਼ ਹੈ, ਉੱਥੇ ਕੋਈ ਫੌਜ ਨਹੀਂ ਕਹਿੰਦੇ ਬਾਰਡਰ ਤੇ, ਸਭ ਸੈਂਸਰ ਲੱਗੇ ਹੋਏ ਆ, ਮਤਲਬ ਪੱਤਾ ਨਹੀਂ ਉੱਥੇ ਹਿੱਲ ਸਕਦਾ। ਮਤਲਬ ਥੋੜੀ ਜਿਹੀ ਵੀ ਖੜਾਕ ਹੋਵੇ, ਸੈਂਸਰਾਂ ਨੇ ਕੰਮ ਕਰਨਾ। ਮਤਲਬ ਜੇ ਕੋਈ ਗਲਤੀ ਨਾਲ ਵੀ ਵੜ ਗਿਆ, ਉਹ ਵੀ ਉੱਥੇ ਗੋਲੀਆਂ ਨਾਲ ਭੁੰਨਿਆ ਜਾਊਗਾ, ਆਟੋਮੈਟਿਕ ਮਸ਼ੀਨਾਂ ਚੱਲ ਪੈਣੀਆਂ ਉੱਥੇ। ਠੀਕ ਹੈ, ਠੀਕ ਹੈ। ਮਤਲਬ ਇਸ਼ੂ which arises is ਕਿ ਪੰਜਾਬ ਵਿੱਚ ਬਾਰਡਰ ਏਰੀਆ ਵਿੱਚ ਜਿਹੜਾ ਨਾਰਕੋ ਟੈਰਰਿਜ਼ਮ ਦਾ ਨੈਟਵਰਕ ਹੈਗਾ, ਬਿਕਾਜ਼ there is a very well entrenched drug smuggling network, and terrorists are using that network for induction of arms. और ये प्रूवन है क्योंकि इवन ड्यूरिंग दिस स्ट्राइक हुई सी जब टेररिस्ट आए सी थ्रू बमेयाल बॉर्डर, ਤੇ ਇਹਨਾਂ ਨੇ ਇਹਨਾਂ ਨੂੰ ਯੂਜ਼ ਕੀਤਾ ਸੀਗਾ ਡਰਗ ਨਾਰਕੋ ਟੈਰਰਿਜ਼ਮ ਦੀ ਜਿਹੜੀ ਸਪਲਾਈ ਰੂਟਸ ਹੈਗੀਆਂ ਨੇ, ਕਿਉਂਕਿ ਉਹਨਾਂ ਨੂੰ ਏਰੀਆ ਸਾਰਾ ਪਤਾ ਹੈ, ਉਹਨੂੰ ਪਤਾ ਡੰਪਿੰਗ ਕਿੱਥੇ ਕਰਨੀ ਹੈ। ਸੋ ਇਵਨ ਇਫ ਆਰ ਯੂਥ ਆਰ ਰੈਡੀਕਲਾਈਜ਼ਡ অর ਨਾਟ, ਦੈਟ ਫੈਕਟਰ ਰਿਮੇਨਸ, ਬਟ ਨਾਰਕੋ ਟੈਰਰਿਜ਼ਮ ਇਜ਼ ਅ ਵੈਰੀ ਐਸਟੈਬਲਿਸ਼ਡ ਨੈਟਵਰਕ। ਇਹ ਸਾਰੇ ਚੀਜ਼ਾਂ ਜੁੜੀਆਂ ਹੋਈਆਂ। ਇਹ ਗੱਲ ਕਰਦੇ ਹੋ ਨਾ ਹਰਪ੍ਰੀਤ ਜੀ, ਵੈਪਨਸ ਵਾਲੀ, ਮੈਨੂੰ ਇਦਾਂ ਲੱਗਦਾ ਹੈ ਕਿ J&K ਦੇ ਵਿੱਚ ਬਹੁਤ ਵੱਡੀ ਆਰਮੀ ਪ੍ਰੈਜ਼ੈਂਸ ਹੋਣ ਦੇ ਕਰਕੇ। ਹਾਂ, ਮੇਰਾ ਸਵਾਲ ਉਹ ਸੀਗਾ ਕਿ ਉਹਨਾਂ ਦਾ ਧਿਆਨ ਸ਼ਿਫਟ ਹੁਣ ਪੰਜਾਬ ਵੱਲ ਹੋ ਗਿਆ। ਉਹ ਦੈਟ ਇਜ਼ ਵਾਟ ਆਈ ਐਮ ਸੇਇੰਗ, ਉਧਰੋਂ ਪ੍ਰੈਸ਼ਰ ਘਟਾਉਣ ਲਈ ਉਹ ਇੱਧਰ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਸਲੀਪਰ ਸੈੱਲ ਹੁੰਦੇ ਨੇ, ਹਰ ਵਕਤ ਹੀ ਹੁੰਦੇ ਨੇ, ਉਹਨਾਂ ਨੂੰ ਐਕਟੀਵੇਟ ਕਰ ਰਹੇ ਨੇ ਤਾਂ ਕਿ ਉਧਰੋਂ J&K 'ਚ ਪ੍ਰੈਸ਼ਰ ਘਟੇ। ਪਰ ਇੱਥੇ ਤੁਸੀਂ ਇੱਕ ਗੱਲ ਦੇਖੋ ਕਿ ਵੈਪਨ ਆਏ 3 ਹਫ਼ਤੇ ਤੱਕ ਪਏ ਰਹੇ, ਉਹਨਾਂ ਨੂੰ ਕੋਈ ਲਿਜਾਣ ਵਾਲਾ ਨਹੀਂ ਸੀਗਾ, ਰਾਈਟ।
ਜੇ ਅੱਜ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ, ਨੋਬਡੀ ਵਾਂਟਸ ਦਿਸ ਖਾਲਿਸਤਾਨ ਔਰ 2020 ਔਰ ਫਲਾਨਾ ਢਿਮਕਾ। ਮਾਓ ਸੇ ਤੁੰਗ ਨੇ ਕਿਹਾ ਹੈਗਾ ਕਿ ਜਿਹੜਾ ਗੁਰੀਲਾ ਹੈ ਉਹ ਜੇ ਉਹਨੂੰ ਲੋਕਲ ਸਪੋਰਟ ਨਹੀਂ ਹੈ ਤਾਂ ਉਹ ਇੱਕ ਮੱਛੀ ਹੈ ਜਿਹੜੀ ਪਾਣੀ ਤੋਂ ਬਿਨਾਂ ਹੈਗੀ। ਪੰਜਾਬ ਵਿੱਚ ਮੈਨੂੰ ਨਹੀਂ ਲੱਗਦਾ ਇਦਾਂ ਦੇ ਲੋਕਾਂ ਦੀ ਇਸ ਵੇਲੇ ਕੋਈ ਸਪੋਰਟ ਮੌਜੂਦ ਹੈ। ਨਹੀਂ, ਪਰ ਸਪੋਰਟ ਮੌਜੂਦ ਹੋਵੇ ਜਾਂ ਨਾ ਹੋਵੇ, ਪਰ ਵੱਡੀ ਗੱਲ ਤਾਂ ਇਹ ਹੈ ਕਿ ਜੇ ਤੁਹਾਡੇ ਪੰਜਾਬ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਹਥਿਆਰ ਬਰਾਮਦ ਹੋ ਜਾਂਦੇ ਨੇ, 3 ਹਫ਼ਤੇ ਤੁਹਾਡੇ ਹਥਿਆਰ ਪਏ ਰਹਿੰਦੇ ਨੇ, ਤੇ ਫਿਰ ਤਾਂ ਇੱਕ ਵੱਡਾ ਲੈਪਸ ਸਿਕਿਉਰਿਟੀ ਦਾ ਹੈ ਹੀ ਹੈ। ਜੇ ਅਵੇਲੇਬਿਲਿਟੀ ਹੈਗੀ ਹੈ ਤਾਂ ਉਹਨੂੰ ਚਲਾਉਣ ਵਾਲੇ ਵੀ ਪੈਦਾ ਹੋ ਜਾਣਗੇ, ਹੋਏ ਵੀ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਚੰਚਲ ਮਨੋਹਰ ਸਿੰਘ ਜੀ, ਇਹ ਗੱਲ ਠੀਕ ਢੁਕਦੀ ਨਜ਼ਰ ਆਉਂਦੀ ਹੈ ਤੁਹਾਨੂੰ ਕਿ ਕਸ਼ਮੀਰ ਤੋਂ ਧਿਆਨ ਹਟਾਉਣ ਦੇ ਲਈ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਕਸ਼ਮੀਰ ਦੇ ਵਿੱਚ ਸਖਤ ਸੁਰੱਖਿਆ ਹੋਣ ਕਰਕੇ ਹੁਣ ਈਜ਼ੀ ਟਾਰਗੇਟ ਉਹਨਾਂ ਨੂੰ ਪੰਜਾਬ ਲੱਗ ਰਿਹਾ? ਨਹੀਂ, ਪਹਿਲਾਂ ਤੇ ਇਹ ਗੱਲ ਹੈ ਕਿ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਕਿ ਵੀ ਡਰੋਨ ਦੇ ਥੱਲੇ ਹਥਿਆਰ ਬਣ ਕੇ ਭੇਜੇ ਜਿਹੜਾ 10 ਕਿਲੋ ਤੋਂ ਵੱਧ ਵਜ਼ਨ ਨਹੀਂ ਚੱਕ ਸਕਦਾ। ਔਰ ਲੈਫਟੀਨੈਂਟ ਜਨਰਲ ਅਲੋਕ ਸਿੰਘ ਖੇਰ ਜਿਹੜੇ ਚੀਫ ਆਫ ਸਾਊਥ ਵੈਸਟਰਨ ਕਮਾਂਡ ਹੈ ਜੀ, ਉਹਨਾਂ ਨੇ ਕਿਹਾ ਵੀ 10 ਕਿਲੋ ਤੋਂ ਵੱਧ ਦੇ ਜਿਹੜੇ ਡਰੋਨ ਹੈਗੇ ਨੇ ਇਹ ਨਹੀਂ ਸਮਾਨ ਚੱਕ ਸਕਦਾ। ਤੇ ਜਿਹੜੇ ਹਥਿਆਰਾਂ ਦਾ ਸਾਈਜ਼ ਹੈ ਜੇ ਅਸੀਂ ਦੇਖੀਏ ਜੀ, ਉਹ ਜਿੱਦਾਂ ਸਾਨੂੰ ਜੇ ਇੱਲ ਨੇ ਚਿੜੀ ਵੀ ਫੜੀ ਹੋਵੇ, ਕਬੂਤਰ ਫੜਿਆ ਹੋਵੇ, ਤੇ ਇੱਲ ਦੀ ਸਾਨੂੰ ਚਿੜੀ ਵੀ ਦਿਖਦੀ ਹੈ। ਬਾਰਡਰ ਤੇ ਰਾਤ ਨੂੰ ਲਾਈਟਾਂ ਲੱਗੀਆਂ ਹੋਈਆਂ ਹਨ, ਬੜੀਆਂ ਸਰਚਿੰਗ ਲਾਈਟ ਹਨ, ਬੜੀ ਹੈਵੀ ਲਾਈਟਨਿੰਗ ਹੋਈ ਹੈ ਬਾਰਡਰ ਤੇ ਜੀ। ਜੇ ਉਹਦੇ ਤੋਂ ਡਰੋਨ ਇੱਕ ਦਿਨ ਲੰਘ ਜਾਏ, ਨਹੀਂ ਪਤਾ 8 ਡਰੋਨ ਲੰਘ ਗਏ ਪਹਿਲਾ ਦਿਨ, ਜਿਹੜੀ ਸਰਕਾਰ ਨੇ, ਜਿਹੜੀ ਪੁਲਿਸ ਨੇ ਗੱਲ ਕੀਤੀ ਹੈ ਪਰ ਲਾਈਟ ਦੀ ਹਾਈਟ ਤੋਂ ਉੱਪਰ ਜਾਣੇ ਨੇ ਗਰਾਊਂਡ ਤੁਸੀਂ ਸੁਣ ਤੇ ਲਓ। ਉਸ ਦਿਨ ਤੇ ਉਹਨਾਂ ਨੇ ਕਿਹਾ ਨਹੀਂ ਵੀ 8 ਡਰੋਨ, ਐਨ ਉਸ ਦਿਨ ਤੇ ਕਿਹਾ ਜੀ ਇੱਕ ਡਰੋਨ ਸੁੱਟ ਗਿਆ। ਸੋ ਇਹ ਜਿਹੜੀ ਕਹਾਣੀ ਹੈਗੀ ਹੈ ਇਹ ਸੱਚੀ ਹੈ ਜਾਂ ਝੂਠੀ ਹੈ ਇਹ ਤੇ ਸਰਕਾਰ ਦੱਸ ਸਕਦੀ ਹੈ। ਪਰ ਜਿਹੜਾ ਆਈਜੀ ਬਾਰਡਰ ਹੈ ਜੀ, ਆਈਜੀ ਬਾਰਡਰ ਕਹਿੰਦਾ ਜੀ ਮੈਨੂੰ ਤੇ ਨਾ FIR ਦੇਖੀ ਹੈ ਮੈਂ, ਨਾ ਮੈਨੂੰ ਕੁਝ ਪਤਾ ਹੈ। ਇਹ ਸੁਰਿੰਦਰਪਾਲ ਸਿੰਘ ਹੋਰਾਂ ਦੀ ਸਟੇਟਮੈਂਟ ਹੈ, ਠੀਕ ਹੈ। ਫਿਰ ਜਿਹੜਾ ਮਤਲਬ 8 ਦਿਨ 8 ਵਾਰੀ ਆਣ ਡਰੋਨ, ਨਾ BSF ਨੂੰ ਪਤਾ ਲੱਗੇ, ਨਾ ਸਾਡੀ ਪੁਲਿਸ ਨੂੰ ਪਤਾ ਲੱਗੇ, ਔਰ ਹਥਿਆਰ ਸੁੱਟੀ ਜਾਣ, ਜਾਈ ਜਾਣ। ਇਹ ਕੋਈ ਮਤਲਬ ਇਹ ਕੋਈ ਸੈਰਗਾ ਥੋੜੀ ਹੈਗੀ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪੰਜਾਬ ਦੇ ਵਿੱਚ ਕੀ ਮਾਹੌਲ ਖਰਾਬ ਕਰਨ ਦੀ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ? ਜੇ ਕਸ਼ਮੀਰ ਦੇ ਵਿੱਚ ਥੋੜੀ ਸਖਤੀ ਹੈ ਤਾਂ ਪੰਜਾਬ ਨੂੰ ਲਾਈਟਲੀ ਲਿਆ ਜਾ ਰਿਹਾ, ਇਸੇ ਤੇ ਵਿਚਾਰ ਚਰਚਾ ਚੱਲ ਰਹੀ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ ਜਿਹੜੀ ਗੱਲ ਕਰ ਰਹੇ ਨੇ, ਚੰਚਲ ਮਨੋਹਰ ਸਿੰਘ ਜੀ, ਇਹ ਨਵੀਂ ਇੱਕ ਗੱਲ ਇਹਨਾਂ ਨੇ ਕੱਢੀ ਹੈ ਕਿ ਇਹਦੇ ਤੇ ਸ਼ੰਕਾ ਹੈਗੀ ਹੈ ਇਹਨਾਂ ਨੂੰ ਕਿ ਜਿਸ ਤਰੀਕੇ ਨਾਲ ਇਹ ਹੋ ਨਹੀਂ ਸਕਦਾ ਕਿ 8 ਵਾਰ ਡਰੋਨ ਆਇਆ ਹੋਵੇ, ਹਥਿਆਰ ਸੁੱਟ ਗਿਆ ਹੋਵੇ। ਔਰ ਵੱਡੀ ਗੱਲ ਇਹ ਹੈ ਕਿ ਹਥਿਆਰ ਸੁੱਟ ਕੇ ਹਥਿਆਰ ਅੱਗੇ ਸਪਲਾਈ ਕਿਵੇਂ ਹੋਏ? ਚਲੋ ਮੰਨ ਲਿਆ ਕਿ ਹਥਿਆਰ ਤੋਂ ਸੁੱਟ ਗਏ, ਹਥਿਆਰ ਚੁੱਕ ਕੇ ਕਿਸੇ ਟਿਕਾਣੇ ਤੇ ਤਾਂ ਗਏ, 8 ਵਾਰ ਉਹ ਹਥਿਆਰ ਚੁੱਕ ਕੇ ਟਿਕਾਣੇ ਤੇ ਗਏ, ਇਹਦਾ ਵੀ BSF ਨੂੰ ਪਤਾ ਨਹੀਂ ਲੱਗਿਆ? ਨਹੀਂ, ਦੇਖੋ ਇਹ ਇੱਕ ਅਲੱਗ ਡਾਇਮੈਂਸ਼ਨ ਹੈਗੀ ਹੈ। ਆਪਾਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ, ਸਟੋਰੀਆਂ, ਖਾਸ ਕਰ ਜਦੋਂ ਮਿਲੀਟੈਂਸੀ ਆ ਉਹਦੇ ਵਿੱਚ ਫਲੋਟ ਕੀਤੀਆਂ ਜਾਂਦੀਆਂ, ਜਿਹਦਾ ਅਸਲੀਅਤ ਇੱਥੋਂ ਤੱਕ ਕਿ ਜਿਹੜਾ ਆਰਮੀ ਦਾ ਉੱਥੇ ਤੁਹਾਨੂੰ ਪਤਾ ਹੈ ਉਹ ਕਾਰਗਿਲ ਵਾਰ ਦੇ ਵਿੱਚ ਕਿਸੇ ਨੇ ਨਾਮ ਲੈਣ ਲਈ ਆਪਣੀ ਸਟੋਰੀ ਬਣਾ ਕੇ ਛੱਡਤੀ ਸੀ। ਬਾਅਦ ਵਿੱਚ ਉਹ ਜਦੋਂ ਇਨਵੈਸਟੀਗੇਸ਼ਨ ਹੋਈ ਇਹਦੇ ਬਾਰੇ ਜ਼ਿਆਦਾ ਜਾਣਨਾ ਹੈ ਨਾ ਜੀ, ਉਹ ਫੇਕ ਨਿਕਲੀ ਸਾਰੀ। ਇਹ ਇੱਕ ਡਾਇਮੈਂਸ਼ਨ ਹੈਗੀ ਹੈ। ਪਰ ਜਿਹੜਾ ਇਹਨਾਂ ਨੇ ਇਹਦਾ ਕਨਕਲੂਜਨ ਕੱਢਿਆ, ਮਤਲਬ ਤੁਸੀਂ ਇੱਕ ਹੋਰ ਵੀ ਤੁਹਾਨੂੰ ਯਾਦ ਹੋਣਾ, ਜਦੋਂ ਇਹ ਸਾਰੇ ਯਾਤਰੀ ਉੱਥੋਂ ਜਦੋਂ ਇੱਥੇ 5 ਅਗਸਤ ਨੂੰ ਸੀਜ਼ ਕਰਨਾ ਸੀਗਾ ਸਾਰਾ ਉੱਥੇ, ਹੈ ਨਾ, ਜਦੋਂ ਡਿਕਲੇਅਰ ਕਰਨਾ ਸੀ ਪਾਰਲੀਮੈਂਟ ਦੇ ਵਿੱਚ ਧਾਰਾ 370 ਹਟਾਉਣ ਲਈ, ਤੇ ਉਦੋਂ 2 ਦਿਨ ਪਹਿਲਾਂ ਸੀ ਜੀ ਬਹੁਤ ਵੱਡਾ ਹਥਿਆਰਾਂ ਦਾ ਜ਼ਖੀਰਾ ਮਿਲ ਗਿਆ, ਸਾਰੇ ਯਾਤਰੀ ਚਲੇ ਜਾਓ, ਇੱਥੇ ਕੋਈ ਹਮਲਾ ਹੋ ਸਕਦਾ। ਮਗਰੋਂ ਜ਼ਖੀਰੇ ਦਾ ਪਤਾ ਹੀ ਨਹੀਂ ਕਿੱਥੇ ਗਿਆ, ਕੀ ਹੋਇਆ, ਕਿਹਦਾ ਸੀਗਾ, ਕੋਈ ਇਨਵੈਸਟੀਗੇਸ਼ਨ, ਕੋਈ ਉਹਦੀ ਤਹਿਕੀਕਾਤ। ਇਹਦਾ ਮਤਲਬ ਸੀ ਵੀ ਅਸਲੀ ਪਰਪਸ ਕੋਈ ਹੋਰ ਸੀ। ਇਸ ਕਰਕੇ ਜਿਹੜੀ ਗੱਲ ਚੰਚਲ ਜੀ ਕਹਿੰਦੇ ਆ ਉਹਦੇ ਵਿੱਚ ਦੇਖੋ ਦਮ ਤੇ ਹੋ ਸਕਦਾ, ਪਰ ਜਿਹੜਾ ਇਹਨਾਂ ਨੇ ਕਨਕਲੂਜਨ ਡਰਾ ਕੀਤਾ ਉਹ ਬੜਾ ਇੱਕ ਚੌਂਕਾ ਦੇਣ ਵਾਲਾ ਹੈਗਾ ਕਿ ਇਹ ਨਵੇਂ ਸਿਰਿਓਂ ਇੰਡੀਅਨ ਸਟੇਟ ਜਿਹੜੀ ਆ, ਕਿਉਂਕਿ ਇਹ ਸਪੋਰਟ ਦੇ ਵਿੱਚ ਕਰ ਰਹੇ ਆ, ਕਸ਼ਮੀਰ ਦੇ ਵਿੱਚ ਕਰ ਰਹੇ ਆ, ਔਰ ਕਸ਼ਮੀਰ ਦੇ ਵਿੱਚ ਅੱਜ ਵੀ ਪੂਰਾ ਟੋਟਲ ਸੀਜ਼ ਆ ਉਹਨਾਂ ਦੇ। ਕੋਈ ਇੰਟਰਨੈਟ ਨਹੀਂ ਚੱਲ ਰਿਹਾ, ਕੋਈ ਫੋਨ ਨਹੀਂ ਚੱਲ ਰਿਹਾ, ਫੋਨ ਲੈਂਡਲਾਈਨ ਥੋੜੇ ਬਹੁਤ ਜਿੰਨੇ ਕਿ ਚੱਲੇ ਆ। ਅੱਜ ਇੱਕ ਬੜੀ ਡਿਟੇਲ ਇੰਟਰਵਿਊ ਜਾਮੀਆ 'ਚ ਕੁੜੀ ਇੱਕ ਦਾਖਲਾ ਲੈਣ ਗਈ, ਉਹਦੀ ਆਈ ਹੈ, ਉਹ ਉੱਥੇ ਦਾਖਲਾ ਲੈਣ ਗਈ ਤੇ ਉਹਨੂੰ ਉੱਥੇ ਕੋਈ ਕਿਸੇ ਕਿਸਮ ਦਾ, ਉਹਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ, 23 ਨੂੰ ਉਹਨੂੰ ਪਤਾ ਲੱਗ ਜਾਂਦਾ, 24 ਦੀ ਉਹਦੀ ਲਾਸਟ ਡੇਟ ਆ।
ਔਰ ਉਹ ਕੋਈ ਸਪੌਟ ਰਜਿਸਟ੍ਰੇਸ਼ਨ ਪਤਾ ਨਹੀਂ ਕੀ ਸੀ, ਉਹਨੂੰ ਉੱਥੇ ਖਬਰ ਹੀ ਨਹੀਂ ਮਿਲ ਰਹੀ। ਉਹ ਕਹਿੰਦੀ ਮੈਨੂੰ ਤਾਂ ਕੋਈ ਖਬਰ ਹੀ ਨਹੀਂ, ਮੈਂ ਹੁਣ ਅਜੇ ਡਿਊ ਡੇਟ ਹੈਗੀ ਆ, ਮੈਨੂੰ ਦੇ ਦਿਓ ਤੁਸੀਂ। ਉਹਨਾਂ ਨੂੰ 5-6 ਸਟੂਡੈਂਟ ਨੂੰ ਦਬਕੇ ਮਾਰ ਕੇ ਉੱਥੋਂ ਕੱਢ ਦਿੱਤਾ ਕਿ ਤੁਸੀਂ ਖਬਰਦਾਰ ਜੇ ਤੁਸੀਂ ਬਹੁਤ ਬੋਲਦੇ ਆ, ਤੁਹਾਨੂੰ ਅਸੀਂ ਆਹ ਕਰਾਂਗੇ, ਗੇਟ ਤੋਂ ਅੰਦਰ ਨਹੀਂ ਆਉਣ ਦਿਆਂਗੇ। ਉਹ ਰੋ ਰਹੀ ਸੀ, ਮਤਲਬ ਇੱਕ ਨੈਸ਼ਨਲ ਚੈਨਲ ਤੇ। ਰੋਣ ਦਾ ਮਤਲਬ ਕਿ ਪੂਰੀ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਕਿ ਇੰਡੀਅਨ ਸਟੇਟ ਜਿਹੜੀ ਹੈ ਉਹ ਕਿਸ ਤਰ੍ਹਾਂ ਤੁਸੀਂ ਇੱਕ ਪਾਸੇ ਤਾਂ ਉਹਨਾਂ ਨੂੰ ਬੰਦ ਕੀਤਾ ਹੋਇਆ, ਤੁਸੀਂ ਦੂਜੇ ਪਾਸੇ ਉਹਨਾਂ ਬੱਚਿਆਂ ਦਾ ਕੀ ਕਸੂਰ ਆ ਜਿਨ੍ਹਾਂ ਨੂੰ ਤੁਸੀਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਾ ਕਿਸੇ ਰਾਹੀਂ ਵੀ ਨਹੀਂ ਜਾ ਰਹੀ, ਤਾਂ ਉਹਨਾਂ ਨੂੰ ਰਾਦਰ ਤੁਹਾਨੂੰ ਸਗੋਂ ਡੇਟ ਐਕਸਟੈਂਡ ਕਰਕੇ ਵੀ ਕਹਿਣਾ ਚਾਹੀਦਾ, ਆਊਟ ਆਫ ਵੇ ਵੀ ਅਕੋਮੋਡੇਟ ਕਰਨਾ ਚਾਹੀਦਾ। ਬਟ ਈਵਨ ਵਿਦਨ ਏ ਡਿਊ ਡੇਟ ਯੂ ਆਰ ਨਾਟ ਰੈਡੀ ਟੂ ਲਿਸਨ। ਇਸ ਕਰਕੇ ਜਿਹੜੀ ਉੱਥੋਂ ਮੈਨੂੰ ਇਹ ਲੱਗਦਾ ਕਿ ਜੇ ਇਹੋ ਜੀ ਕੋਈ ਤਿਆਰੀ ਹੈ, ਦੇਖੋ ਇਹ ਸੋਚਣ ਵਾਲੀ ਗੱਲ ਜ਼ਰੂਰ ਹੈਗੀ। ਇਹ ਕੁੱਟਣ ਕਟਾਈਪੇ ਦਾ ਕਿਸੇ ਹੱਦ ਤੱਕ ਥੋੜਾ ਸ਼ੰਕਾ ਜ਼ਰੂਰ ਇਹ ਪੈਦਾ ਕਰ ਸਕਦੀ ਹੈ, ਜੋ ਸਾਨੂੰ ਓਵਰਆਲ ਸਰਕਮਸਟੈਂਸਸ ਲੱਗਦੇ ਆ। ਔਰ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ। ਦੂਜੀ ਜਿਹੜੀ ਸਟੋਰੀ ਆਪਾਂ ਜਨਰਲੀ ਜਿਹੜੀ ਪਾਪੂਲਰ ਸਟੋਰੀ ਹੈ ਮੀਡੀਆ ਦੇ ਵਿੱਚ ਵੀ, ਔਰ ਜਿਹੜੀ ਸਾਨੂੰ ਲੱਗਦੀ ਵੀ ਹੈ, ਉਹ ਇਹ ਕਿ ਕਸ਼ਮੀਰ ਤੋਂ ਕਿਉਂਕਿ ਉੱਥੇ ਸਿਚੁਏਸ਼ਨ ਬੜੀ ਟਾਈਟ ਆ, ਕਸ਼ਮੀਰ ਤੋਂ ਹਟਾਉਣ ਲਈ ਹਥਿਆਰ ਕਰ ਲਈ ਉਹ ਇਸ ਪਾਸੇ ਨੂੰ ਕਰਨਾ ਚਾਹੁੰਦੇ। ਹਾਂਜੀ ਤੇ ਉਹ ਇੱਥੇ ਇਧਰੋਂ ਮਤਲਬ ਥੋੜਾ ਜਿਹਾ ਅਟੈਂਸ਼ਨ ਜਿਹੜਾ ਸਾਰੀਆਂ ਏਜੰਸੀਆਂ ਦਾ ਵੀ, ਸਰਕਾਰਾਂ ਦਾ ਵੀ, ਤਾਂ ਕਿ ਪੰਜਾਬ ਨੂੰ ਇਸ ਗੱਲ ਦੇ ਵਿੱਚ ਇਸਤੇਮਾਲ ਕਰੇ। ਇਸ ਕਰਕੇ ਇਹ ਤੇ ਬਿਲਕੁਲ ਜਿਹੜੀ ਚੰਚਲ ਜੀ ਨੇ ਗੱਲ ਇੱਥੇ ਰੱਖੀ ਹੈਗੀ ਹੈ ਕਿ ਇਹ ਵੀ ਇੱਕ ਉਹਨਾਂ ਦੀ ਆਪਣੀ ਗੈਸ ਹੈਗਾ ਹੈ ਕਿ ਆਪਣੇ ਜਰਨਲਿਜ਼ਮ ਦਾ ਸਾਰਾ ਉਹਨਾਂ ਦਾ ਬੜੀ ਲਾਈਫ ਉਹਨਾਂ ਨੇ ਲਾਈ ਹੈਗੀ ਹੈ, ਔਰ ਉਹਨਾਂ ਕੋਲ ਕੰਕਰੀਟ ਐਵੀਡੈਂਸਿਸ ਇਹੋ ਜਿਹੀਆਂ ਗੱਲਾਂ ਦੇ ਕਾਫੀ, ਜਿਵੇਂ ਉਹਨਾਂ ਨੇ ਦੱਸੇ ਵੀ ਹੈ। ਜੇ ਇਹ ਗੱਲ ਹੋਊਗੀ ਜਿਸ ਤਰ੍ਹਾਂ ਇਹਨਾਂ ਨੇ ਦੱਸੀ ਹੈ ਚੰਚਲ ਜੀ ਨੇ, ਤੇ ਮੈਨੂੰ ਲੱਗਦਾ ਕਿ ਇਹ ਬੜੀ ਸੋਚਣ ਵਾਲੀ, ਬੜੀ ਚੌਂਕਾ ਦੇਣ ਵਾਲੀ, ਘੱਟੋ ਘੱਟ ਮੈਨੂੰ ਤੇ ਇਸ ਗੱਲ ਦੇ ਉੱਤੇ ਬੜਾ ਠੀਕ ਹੈ। ਬਟ ਜਿਹੜੇ ਸਬੂਤ ਪੇਸ਼ ਕੀਤੇ ਗਏ ਨੇ, ਸਬੂਤਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਕ ਸੜਿਆ ਹੋਇਆ ਡਰੋਨ ਦਿਖਾਉਣ ਦੀ ਗੱਲ ਕੀਤੀ ਗਈ ਹੈ, ਹਥਿਆਰ ਦਿਖਾਉਣ ਦੀ ਗੱਲ ਕੀਤੀ ਗਈ ਹੈ, ਔਰ ਇਹ ਕਿਹਾ ਗਿਆ ਕਿ ਜਿਹੜੇ ਬੰਦੇ ਫੜੇ ਗਏ ਨੇ ਉਹਨਾਂ ਨੇ ਇਹ ਖੁਲਾਸੇ ਕੀਤੇ ਨੇ ਕਿ 8 ਵਾਰ ਡਰੋਨ ਆਇਆ, ਇਹ ਹਥਿਆਰ ਸੁੱਟ ਕੇ ਗਿਆ, ਇੱਥੋਂ ਫਿਰ ਇਹ ਸਾਰੀ ਪਲੈਨਿੰਗ ਬਣੀ, ਟਰੱਕ ਫੜਿਆ ਗਿਆ। ਨਹੀਂ ਇਹ ਸਾਰੀਆਂ ਗੱਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਡਰੋਨ ਦੇ ਉੱਤੇ ਮਾਰਕ ਲਿਖਿਆ, ਉੱਥੇ ਕੋਈ ਪਾਕਿਸਤਾਨ ਦਾ ਉੱਤੇ ਫਿੰਗਰਪ੍ਰਿੰਟ ਲੱਗੇ ਆ ਇਮਰਾਨ ਖਾਨ ਦੇ ਵੀ ਇੱਥੋਂ ਚੱਲਿਆ ਤੇ ਇੱਥੇ ਡਿੱਗਿਆ। ਇਹੀ ਕਹਿ ਰਹੇ ਨਾ 8 ਵਜੇ ਆਇਆ, 8 ਵਾਰੀ ਆਇਆ, ਫਿਰ 8 ਵਾਰੀ ਇਹਦੇ 8 ਵਾਰੀ ਇਹਨਾਂ ਦੇ ਮੂੰਹ ਤੇ ਚਪੇੜ ਵੀ ਹੈਗੀ ਏਜੰਸੀਆਂ ਦੇ, ਵੀ ਉਹ 8 ਵਾਰੀ ਆਇਆ, ਤੁਸੀਂ ਇੱਥੇ ਬੈਠੇ ਕੀ ਕਰਦੇ ਸੀ? ਉਹਨਾਂ ਨੂੰ ਸ਼ਰਮਸ਼ਾਰ ਹੋਣਾ ਚਾਹੀਦਾ। ਨਹੀਂ ਦੂਜੀ ਗੱਲ, ਉਹਨਾਂ ਨੂੰ ਕਿੱਥੋਂ ਪਤਾ ਲੱਗਾ ਕਿ 8 ਵਾਰੀ ਆਇਆ? ਕਿਉਂਕਿ ਉਹ ਇੱਥੋਂ ਅੰਦਾਜ਼ਾ ਲਾ ਰਹੇ ਕਿਉਂਕਿ ਹਥਿਆਰ ਇੰਨੇ ਆ, ਤੇ ਕਿਉਂਕਿ ਇੱਕ ਵਾਰੀ ਉਹ ਇਹਦੇ ਤੋਂ ਵੱਧ ਭਾਰ ਨਹੀਂ ਚੁੱਕ ਸਕਦਾ, ਇਸ ਕਰਕੇ ਉਹ 8 ਵਾਰੀ ਆਇਆ। ਜੇ ਉਹਨਾਂ ਨੂੰ ਇਹ ਪਤਾ ਕਿ 8 ਵਾਰੀ ਆਇਆ ਤੇ ਫਿਰ ਫੜਿਆ ਕਿਉਂ ਨਹੀਂ 8 ਵਾਰੀ? ਇਸ ਕਰਕੇ ਇਹੋ ਜਿਹੀਆਂ ਸਟੋਰੀ ਜਿਹੜੀਆਂ ਫੀਡ ਕੀਤੀਆਂ ਜਾਂਦੀਆਂ ਕਈ ਵਾਰੀ ਪਬਲਿਕ ਪ੍ਰੀਵਿਊ, ਮਤਲਬ ਇੱਕ ਮਾਨਸਿਕਤਾ ਤਿਆਰ ਕਰਨ ਲਈ, ਇਹ ਵੀ ਇੱਕ ਐਸਪੈਕਟ ਹੁੰਦਾ, ਔਰ ਇਹ ਸਾਰੀਆਂ ਸਟੇਟਾਂ ਕਰਦੀਆਂ। ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਸਾਡੀ ਇੰਡੀਆ ਸਟੇਟ। ਇੱਕ ਮਿੰਟ ਆਉਂਦਾ, ਮੈਂ ਆਉਂਦਾ ਕੰਬੋਜ ਸਾਹਿਬ, ਮੈਂ ਤੁਹਾਡੇ ਤੋਂ ਵੀ ਇਹ ਰਿਐਕਸ਼ਨ ਜਾਣਨਾ ਚਾਹੁੰਦਾ ਇਸ ਗੱਲ ਤੇ ਵੀ, ਪਰ ਨਾਲ ਹੀ ਤੁਹਾਡੀ ਪਾਰਟੀ ਦਾ ਪ੍ਰਤੀਕਰਮ ਵੀ ਜ਼ਰੂਰ ਜਾਣਨਾ ਚਾਹੁੰਦਾ। ਅੱਜ ਵਿਕਰਮ ਸਿੰਘ ਮਜੀਠੀਆ ਨੇ ਇਸੇ ਮੁੱਦੇ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਉਹਨਾਂ ਨੇ ਸਿੱਧਾ ਟਾਰਗੇਟ ਸਟੇਟ ਗਵਰਨਮੈਂਟ ਨੂੰ ਕੀਤਾ ਕਿ ਸਟੇਟ ਗਵਰਨਮੈਂਟ ਦਾ ਵੱਡਾ ਫੇਲੀਅਰ ਹੈ, ਔਰ ਇੱਥੇ ਤੱਕ ਵੀ ਉਹਨਾਂ ਨੇ ਗੱਲਾਂ ਕਹੀਆਂ ਨੇ। 2-3 ਪੁਆਇੰਟਸ ਮੈਂ ਪੜ੍ਹ ਕੇ ਸੁਣਾ ਦਿੰਦਾ। ਗੁਰਜੰਟ ਸਿੰਘ, ਅੰਮ੍ਰਿਤਪਾਲ ਸਿੰਘ ਤੇ ਹਰਜੀਤ ਸਿੰਘ ਦੀ ਸ਼ੱਕੀ ਭੂਮਿਕਾ ਤੇ ਜਾਂਚ ਕਿਉਂ ਨਹੀਂ ਹੈ? ਗੁਰਜੰਟ ਸਿੰਘ ਨੂੰ ਅੰਮ੍ਰਿਤਸਰ ਦੇ ਸਾਂਸਦ ਦੇ ਦਬਾਅ ਹੇਠ ਬਚਾਇਆ ਜਾ ਰਿਹਾ ਹੈ, ਵਿਕਰਮ ਮਜੀਠੀਆ ਦਾ ਬਿਆਨ ਹੈ। ਗੁਰਚਰਨ ਸਿੰਘ ਅਤੇ ਕਾਂਗਰਸ ਦੇ ਜ਼ਿਲ੍ਹਾ परिषद मैंबर गुलशन भगत की सांझ ते सवाल है कि ये सरकार जानबूझ के कुछ अजिहे चहेते ने जिन्हां नूं छड्ड रही है, जिहड़े गिरफ्तार किए गए बंदे ने उन्हां दी किते ना किते सांझ जिहड़ी है कांग्रेस के सांसद नाल ते स्थानक लीडरशिप नाल रही है। पहली गल तां जिहड़ी चंचल साहब ने कहा कि वो उत्थे लाइटां हैगियां ने, ड्रोन किद्दां आ गया? ड्रोन ने किते पैदल थोड़ा होना है, इट हैज़ टू कम बाई एयर। और अलग अलग किस्म के ड्रोन ने जिन्हां दे अलग अलग रेंज ने और अलग अलग हाइट दे उत्ते उड़दे ने। हुण असीं ये पॉसिबिलिटी हैगी है कि ड्रोन दे राहीं हथियार सुट्टेगा तुहाडे कहण मुताबक? एक मिनट चंचल जी, हुण उन्हां दी गल खत्म कर लईए, आपां फिर तुहानूं ले लैंदा। हां जी, नाउ ਇਹ ਇਮੇਜਿਨੇਸ਼ਨ ਇੰਨੀ ਦੂਰ ਤੱਕ ਦੌੜਾਉਣਾ। ਹੁਣ ਇਹ ਕਹਿੰਦੇ ਜੀ ਵੀ ਕਿੱਦਾਂ ਪਤਾ ਲੱਗਿਆ ਕਿ 8 ਵਾਰੀ ਆਏ? ਅਖਬਾਰਾਂ 'ਚ ਆਇਆ ਹੈਗਾ ਕਿ ਉਹ ਜਿਹੜੇ 4 ਬੰਦੇ ਫੜੇ ਗਏ ਉਹਨਾਂ ਨੇ ਕਿਹਾ ਹੈਗਾ, ਰਾਈਟ। ਐਂਡ ਇੱਕ ਗੱਲ ਹੋ ਰਹੀ ਕਿ ਪਹਿਲਾਂ ਤਾਂ ਇੱਕ ਕਿਹਾ ਸੀ, ਉਹ ਜਦੋਂ ਉਹਨਾਂ ਦੀ ਚਿੱਤਰ ਪਰੇਡ ਹੋਈ ਹੋਵੇਗੀ ਉਦੋਂ ਉਹਨਾਂ ਨੇ ਜੋ ਦੱਸਿਆ, ਔਰ ਉਹਨਾਂ ਨੇ ਹੀ ਦੱਸਿਆ ਕਿ ਵੀ ਫਲਾਨੀ ਜਗ੍ਹਾ ਦੇ ਉੱਤੇ ਉਹ ਅਸੀਂ ਸਾੜਿਆ ਸੀਗਾ, ਔਰ ਉਹਨਾਂ ਨੇ ਜਾ ਕੇ ਦੱਸਿਆ ਜੀ ਆਹ ਪਿਆ ਹੈਗਾ। ਤੋ ਲਾਈਕ ਦਿਸ ਅਸੀਂ ਹਰੇਕ ਗੱਲ ਦੇ ਉੱਤੇ ਜਿਹੜਾ ਹੈ ਆਰਮੀ ਦੇ ਉੱਤੇ ਡਾਊਟ ਕਰੀਏ ਜਾਂ ਇੰਡੀਅਨ ਗਵਰਨਮੈਂਟ ਦੇ ਉੱਤੇ ਡਾਊਟ ਕਰੀਏ, ਇਹ ਵੀ ਕੋਈ ਅੱਛੀ ਗੱਲ ਨਹੀਂ ਹੈਗੀ। ਦੂਸਰੀ ਗੱਲ ਜਿਹੜੀ ਅੱਜ ਤੁਸੀਂ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਲਈ ਹੈਗੀ ਹੈ, ਉਹ ਮੈਂ ਵੀ ਸੁਣੀ ਹੈ, ਔਰ ਉਹਦੇ ਵਿੱਚ ਬੜੇ ਪੋਲੀਟੀਕਲ ਬੰਦੇ ਸੁਖਜਿੰਦਰ ਸਿੰਘ ਰੰਧਾਵਾ ਔਰ ਸੰਗਤ ਸਿੰਘ ਗਿਲਜੀਆਂ ਔਰ ਔਜਲਾ
ਉਹਨਾਂ ਨੂੰ ਡਾਇਰੈਕਟਲੀ ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਆਹ ਬੰਦੇ ਨੇ, ਇਹਨਾਂ ਦੇ ਉੱਤੇ ਇਹ ਕੇਸ ਸੀਗੇ, ਬੰਬ ਦੇ ਵਿੱਚ ਸੀਗੇ, ਉਦੋਂ ਇਹਨਾਂ ਨੂੰ ਛੱਡ ਦਿੱਤਾ ਗਿਆ ਪੋਲੀਟੀਕਲ ਸ਼ਹਿ ਦੇ ਉੱਤੇ, ਔਰ ਇਹ ਬੰਦਾ ਹੈ ਜਿਹੜਾ ਹੈ ਇਹਨੂੰ ਚੇਅਰਮੈਨ ਕਾਲੋ ਨੇ ਕਿਹਾ ਕਿ ਇਹਨੂੰ ਚੇਅਰਮੈਨ ਬਣਾਇਆ, ਉਹ ਬਾਹਰੋਂ ਪ੍ਰੈਸ਼ਰ ਪਾ ਕੇ ਜਿਹੜੇ ਖਾਲਿਸਤਾਨੀ ਉਹਨਾਂ ਦੇ ਉੱਤੇ, ਤੇ ਬੜੇ ਗਹਿਰੇ ਇਲਜ਼ਾਮ ਨੇ। ਔਰ ਇਹ ਹੁਣ ਕਾਂਗਰਸ ਜਿਹੜੀ ਹੈ ਜਾਂ ਚੀਫ ਮਿਨਿਸਟਰ ਅਮਰਿੰਦਰ ਹੈ ਜਾਂ ਉਹਦੀ ਸਰਕਾਰ ਹੈ, ਉਹ ਕਟਹਿਰੇ 'ਚ ਲਿਆ ਕੇ ਉਹ ਖੜੀ ਹੋ ਗਈ ਕਰ ਦਿੱਤੀ ਗਈ ਹੈ। ਹੁਣ ਇਹਦਾ ਜਵਾਬ ਤਾਂ ਉਹ ਦੇਣਗੇ। ਨਹੀਂ, ਪਰ ਗੱਲ ਤਾਂ ਇਹ ਹੈ ਨਾ ਕਿ ਇਸ ਚੀਜ਼ ਨੂੰ ਕਾਂਗਰਸ ਸਿਆਸਤ ਨਾਲ ਕਹਿ ਰਹੀ ਹੈ ਜੋੜਿਆ ਜਾ ਰਿਹਾ ਹੈ ਕਿ ਜਦਕਿ ਇਹ ਜਿਹੜਾ ਮਸਲਾ ਹੈਗਾ ਇਹ ਅੱਤਵਾਦੀਆਂ ਦਹਿਸ਼ਤਗਰਦਾਂ ਦਾ ਮਸਲਾ ਹੈਗਾ, ਇਹ ਅੰਦਰੂਨੀ ਸੁਰੱਖਿਆ ਦਾ ਮਸਲਾ ਹੈਗਾ, ਇਹਨੂੰ ਤੁਸੀਂ ਸਿਆਸਤ ਨਾਲ ਕਿਉਂ ਜੋੜ ਰਹੇ ਹੋ? ਸਿਆਸਤ ਨਾਲ ਕੋਈ ਨਹੀਂ ਜੋੜ ਰਿਹਾ, ਸਿਆਸੀ ਬੰਦੇ ਨਾਲ ਜੁੜੇ ਹੋਏ ਨੇ। ਤੁਸੀਂ ਇਲਜ਼ਾਮ ਇਹ ਨਹੀਂ ਹੈ ਕਿ ਇਹਨੂੰ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ, ਇਲਜ਼ਾਮ ਇਹ ਹੈ ਕਿ ਸਿਆਸੀ ਬੰਦੇ ਉਹਨਾਂ ਨੂੰ ਲੋਕਾਂ ਨੂੰ ਸ਼ਹਿ ਦੇ ਰਹੇ ਨੇ। ਹੁਣ ਇਹ ਸ਼ਹਿ ਦੇ ਰਹੇ ਨੇ ਤਾਂ ਨਾ ਹੁਣ ਸੰਗਤ ਸਿੰਘ ਗਲਜੀਆਂ ਨੂੰ, ਸੁਖਜਿੰਦਰ ਰੰਧਾਵਾ ਨੂੰ, ਇਹਨਾਂ ਲੋਕਾਂ ਨੂੰ ਇਹ ਦੱਸਣਾ ਪਏਗਾ ਕਿ ਜਾਂ ਔਜਲਾ ਕੋਈ ਸਾਡਾ ਰਿਸ਼ਤੇਦਾਰ ਹੈ ਕਿ ਨਹੀਂ ਹੈ। ਕਿਉਂਕਿ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀਆਂ ਫੋਟੋਆਂ ਵੀ ਕੁਝ ਜਨਤਕ ਕੀਤੀਆਂ ਗਈਆਂ ਉਹ ਨੇ, ਫੋਟੋਆਂ ਦਿਖਾਈਆਂ ਨੇ ਜੀ, ਨਾਲ ਖੜੇ ਨੇ ਔਰ ਹਾਰ ਪਾਉਂਦੇ, ਇਹ ਉਹ ਸਾਰਾ ਕੁਝ ਦਿਖਾਇਆ ਹੈਗਾ। ਤਾਂ ਇਹ ਹੁਣ ਇਹ ਕਹਿ ਸਕਦੇ ਨੇ ਜੀ ਇਹ ਸਿਆਸੀ ਤੌਰ ਤੇ, ਸਿਆਸੀ ਤੌਰ ਤੇ ਹੈ ਤਾਂ ਭਾਈ ਤੁਸੀਂ ਜਵਾਬ ਦਿਓ। ਹੁਣ ਦੇਖਦੇ ਹੋ ਕੀ ਜਵਾਬ ਦਿੰਦੇ ਨੇ। ਪਰ ਦੂਸਰਾ ਇਲਜ਼ਾਮ ਇਹ ਹੈ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਛੱਡਿਆ ਗਿਆ, ਜਦੋਂ ਇਹ ਫੜੇ ਗਏ ਬੰਬ ਧਮਾਕੇ ਵਾਲੇ ਕੇਸ ਦੇ ਵਿੱਚ, ਇਹਨਾਂ ਨੂੰ ਇਹਨਾਂ ਹੀ ਰਾਜਨੀਤਿਕ ਲੋਕਾਂ ਨੇ ਮਦਦ ਕਰਕੇ ਛੁਡਵਾਇਆ, ਤੇ ਜੇ ਉਦੋਂ ਨਾ ਛੁਡਵਾਇਆ ਹੁੰਦਾ ਤੇ ਅੱਜ ਇਹ ਭਾਣਾ ਨਹੀਂ ਸੀ ਵਰਤਣਾ। ਠੀਕ ਹੈ ਵਿਕਰਮ, ਇਸ ਪੂਰੇ ਮਸਲੇ ਨੂੰ ਹੁਣ ਤੁਸੀਂ ਕਿਸ ਐਂਗਲ ਨਾਲ ਦੇਖਦੇ ਹੋ? ਕਿਉਂਕਿ ਇਹ ਜਿਹੜੇ ਮਸਲੇ ਨੇ ਹੁਣ ਸਟੇਟ ਗਵਰਨਮੈਂਟ ਨੇ ਕਹਿ ਦਿੱਤਾ ਕਿ ਅਸੀਂ ਕੇਂਦਰੀ ਜਾਂਚ ਏਜੰਸੀ ਨੂੰ ਕਹਿੰਦੇ ਹਾਂ ਕਿ ਇਸ ਮਸਲੇ ਨੂੰ ਟੈਕਲ ਕੀਤਾ ਜਾਵੇ, ਇਹ ਮਸਲੇ ਸਾਡੀ ਹੱਦ ਤੋਂ ਬਾਹਰ ਨੇ। ਜਦੋਂ ਤਰਨਤਾਰਨ ਦੇ ਵਿੱਚ ਅਟੈਕ ਹੋਇਆ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਦੇਸੀ ਜਿਹਾ ਬੰਬ ਬਣਾ ਰਹੇ ਸੀਗੇ, ਉਹ ਫੁੱਟ ਗਿਆ ਜੀ ਤਾਂ ਬੰਦੇ ਮਰ ਗਏ, ਪਰ ਇਹ ਨਹੀਂ ਪਤਾ ਸੀ ਕਿ ਏਡੇ ਡੂੰਘੇ ਤਾਰ ਵੀ ਹੋ ਸਕਦੇ ਨੇ। ਹੁਣ ਇਹ ਕਿਸ ਰੁਖ ਵੱਲ ਜਾਂਦੀ ਹੋਈ ਤੁਹਾਨੂੰ ਲੱਗਦਾ ਸਿਚੁਏਸ਼ਨ ਨਜ਼ਰ ਆਉਂਦੀ ਹੈ? I think this threat is a cogent and a serious threat, ਕਿਉਂਕਿ ਤੁਸੀਂ ਦੇਖੋ ਕਿ 7-8 ਤੇ ਹਿੰਦੂ ਲੀਡਰਸ ਮਾਰੇ ਨੇ ਪੰਜਾਬ ਵਿੱਚ। ਉਹਦੇ ਬਾਅਦ ਦੀਨਾਨਗਰ ਤੇ ਅਟੈਕ ਹੋਇਆ, ਪਠਾਨਕੋਟ ਤੇ ਅਟੈਕ ਹੋਇਆ। ਦੇ ਕਾਂਟ ਬੀ false flag operations by Indian agencies themselves. ਨਿਰੰਕਾਰੀ ਭਵਨ ਤੇ ਆਈ ਥਿੰਕ ਅਟੈਕ, ਗ੍ਰੇਨੇਡ ਅਟੈਕ, ਉੱਥੇ ਲੋਕੀ ਮਰੇ ਨੇ। ਹੁਣੇ ਕਰੂਡ ਬੰਬ ਜਾਂ ਬਲਾਸਟ ਹੋਇਆ which they were trying to manufacture, ਉਹਦੇ ਵਿੱਚ ਲੋਕੀ ਮਰੇ। So I think there is a cogent threat in Punjab ਵਿੱਚ history of Khalistani movement sponsored by Pakistan, ਬਿਲਕੁਲ ਨਾਲ ਉਹਨਾਂ ਦਾ ਬਾਰਡਰ ਲੱਗਦਾ ਹੈ। ਦੂਜਾ ਪੁਆਇੰਟ ਆਈ ਥਿੰਕ ਯੂ ਹੈਵ ਟੂ ਸੀ ਕਿ ਇਹ ਜਿਹੜੀ ਵੈਪਨ ਦੀ ਕੰਜ਼ਾਈਨਮੈਂਟ ਸਾਰੀਆਂ ਨੇ, ਇਹ ਕੀ ਸਿਰਫ ਪੰਜਾਬ ਲਈ ਐਟ ਦਾ ਮੋਮੈਂਟ ਸੀ ਕਿ ਕਸ਼ਮੀਰ ਨੂੰ ਰੂਟ ਕਰਨ ਲਈ ਸੀਗੀ? ਕਿਉਂਕਿ ਜਿਹੜੀ ਪਹਿਲੀ ਕੰਜ਼ਾਈਨਮੈਂਟ 12 ਨੂੰ ਫੜੀ ਹੈ ਉਹ ਕਸ਼ਮੀਰ ਜਾ ਰਹੀ ਸੀ ਔਰ ਥਰੂ ਪੰਜਾਬ ਆਈ ਹੈ। ਪ੍ਰੋਬਲਮ ਇਹ ਪੈ ਰਹੀ ਹੈ ਜੰਮੂ ਕਸ਼ਮੀਰ ਵਿੱਚ ਕਿ ਜਿਹੜਾ ਕਾਊਂਟਰ ਇਨਫਿਲਟ੍ਰੇਸ਼ਨ ਗ੍ਰਿਡ ਹੈਗਾ ਜੰਮੂ ਇੰਟਰਨੈਸ਼ਨਲ ਬਾਰਡਰ ਔਰ ਪਲੱਸ LOC ਜੰਮੂ ਐਂਡ ਕਸ਼ਮੀਰ ਵਿੱਚ, ਉਹ ਕਾਫੀ ਸਟਰੋਂਗ ਹੈ। ਔਰ ਤੁਸੀਂ ਦੇਖੋ ਕਿ ਕਸ਼ਮੀਰ ਵਿੱਚ ਜਿਹੜੇ ਟੈਰਰਿਸਟ ਨੇ ਉਹਨਾਂ ਕੋਲ ਵੈਪਨਸ ਨਹੀਂ ਹੈਗੇ, ਉਹ ਪੁਲਿਸਿਆਂ ਤੋਂ ਰਾਈਫਲਸ ਲੁੱਟ ਕੇ ਛਿਨ ਕੇ ਦੇ ਆਰ ਯੂਜ਼ਿੰਗ ਇਟ ਬੈਕ ਔਨ ਦੀ ਸਿਕਿਉਰਿਟੀ ਫੋਰਸਿਸ ਐਜ਼ ਕੰਪੇਅਰ ਟੂ ਦ 2000, 2002, 2003, 1999 ਜਦ ਉਹਨਾਂ ਇੰਨਾ ਵੈਪਨ ਸੀਗਾ, ਉਹਨਾਂ ਕੋਲ ਇੰਨਾ ਵੈਪਨ ਸੀਗਾ ਕਿ ਮੈਂ ਆਈ ਹੈਵ ਸਰਵਡ ਇਨ ਕਸ਼ਮੀਰ। There used to be 20 AK-47s recovered from one dump. ਬੋਰੀਆਂ ਹੁੰਦੀਆਂ ਸੀ AK-47 ਰਾਉਂਡਸ ਦੀਆਂ, RDX ਜਿੰਨਾ ਮਰਜੀ। ਸੋ ਆਫਟਰ ਦੀ ਦੇਖੋ ਕਸ਼ਮੀਰ LOC ਦੇ ਉੱਪਰ, just on the LOC in Kashmir, there is 2 divisions of the army, 6+ brigades ne just on the LOC. So infiltration with heavy weapons is very difficult. So ਮੇਰਾ ਤੁਸੀਂ ਦੇਖੋ ਇਸ ਕੰਜ਼ਾਈਨਮੈਂਟ ਵਿੱਚ 5 ਥੁਰਾਇਆ ਸੈਟੇਲਾਈਟ ਫੋਨਸ ਵੀ ਰਿਕਵਰ ਹੋਏ ਨੇ। ਔਰ ਸੈਟੇਲਾਈਟ ਫੋਨਸ ਦੀ ਇਹ ਇੰਡੀਕੇਸ਼ਨ ਹੋ ਸਕਦੀ ਹੈ ਕਿਉਂਕਿ ਕਸ਼ਮੀਰ ਵਿੱਚ ਇੰਟਰਨੈਟ ਐਂਡ ਮੋਬਾਈਲਸ ਆਰ ਡਾਊਨ ਔਰ ਟੈਰਰਿਸਟ ਦੀ ਕਮਿਊਨੀਕੇਸ਼ਨ ਬਹੁਤ ਮੁਸ਼ਕਲ ਹੋ ਗਈ ਹੈ। ਸੋ ਇਟ ਕੁਡ ਬੀ ਰੂਟਡ ਫॉर ਯੂਜ਼ ਇਨ ਕਸ਼ਮੀਰ। ਆਈ ਐਮ ਨਾਟ ਸੇਇੰਗ ਕਿ ਪੰਜਾਬ ਵਿੱਚ ਨਹੀਂ ਕਰਨਗੇ, ਪੰਜਾਬ ਵਿੱਚ ਵੀ ਇਹਨਾਂ ਦਾ ਪਲਾਨ ਪਰ ਇੱਕ ਲਾਂਘੇ ਵਜੋਂ ਯੂਜ਼ ਕੀਤਾ ਜਾ ਸਕਦਾ। ਬਟ ਆਈ ਥਿੰਕ ਦੇਰ ਇਜ਼ ਆਲਸੋ ਅ ਪੋਸਿਬਿਲਿਟੀ ਦੈਟ ਦੀ ਵੈਪਨਸ ਵਰ ਕਮਿੰਗ ਇਨਟੂ ਪੰਜਾਬ ਕੁਆਇਟਲੀ ਯੂਜ਼ਿੰਗ ਡਰੋਨਸ ਐਂਡ ਦੈਨ ਰੂਟਡ through Punjab to Kashmir, so that the terrorists ਉੱਥੇ weapons ਮਿਲ ਜਾਣ। ਉਹਨਾਂ ਕੋਲ weapons ਨਹੀਂ ਹੈਗੇ। in fact ਜਦ ਅਸੀਂ terrorists ਮਾਰੇ ਨੇ ਕਸ਼ਮੀਰ ਵਿੱਚ, they have got SLRs and ਜਿਹੜੀ ਕਸ਼ਮੀਰ ਪੁਲਿਸ ਦੇ weapons ਨੇ, ਉਹਨਾਂ ਕੋਲ AK-47 ਤੇ ਘੱਟ ਹੋ ਗਈਆਂ ਨੇ। ਸੋ ਇਹ ਤੁਸੀਂ ਦੇਖੋ ਫੋਰਨ ਟੈਰਰਿਸਟ ਵੀ ਕਸ਼ਮੀਰ ਵਿੱਚ ਘੱਟ ਹੋ ਗਿਆ ਕਿਉਂਕਿ ਇਨਫਿਲਟ੍ਰੇਸ਼ਨ ਬਹੁਤ ਮੁਸ਼ਕਲ ਹੋ ਗਈ। ਸੋ ਆਈ ਥਿੰਕ ਇਹਦੇ ਵਿੱਚ ਅਗੇਨ ਆਈ ਥਿੰਕ ਵੀ ਹੈਵ, ਆਈ ਡੋਂਟ ਅਗਰੀ ਵਿਦ ਦਿਸ ਐਨਾਲਿਸਿਸ ਕਿ
ਇਹ ਬੜਾ ਸੌਖਾ ਹੈ ਡਰੋਨ ਨੂੰ ਹੇਠਾਂ ਕਰਨਾ ਜਾਂ ਉਹਨੂੰ ਡਿਟੈਕਟ ਕਰਨਾ। ਈਵਨ ਲੈਫਟੀਨੈਂਟ ਜਨਰਲ ਕਲੇਅਰ ਸਾਊਥ ਵੈਸਟਰਨ ਆਰਮੀ ਕਮਾਂਡਰ ਦੀ ਸਟੇਟਮੈਂਟ ਗਲਤ ਹੈਗੀ ਹੈ, ਕਿਉਂਕਿ ਇਟ ਇਜ਼ ਪ੍ਰੂਵਨ ਦੈਟ ਮੋਰ ਦੈਨ 10 ਕਿਲੋਜ਼ ਆਫ ਪੇਲੋਡ ਹੈਵ ਬੀਨ ਯੂਜ਼ਡ ਇਫੈਕਟਿਵਲੀ। 18 ਕਿਲੋਜ਼ ਆਫ ਪੇਲੋਡ ਦਾ ਯੂਐਸ ਆਰਮੀ ਅਫਸਰ ਨੇ ਯੂਜ਼ ਕੀਤਾ ਹੈ ਔਨ ਅ ਡਰੋਨ, ਕਮਰਸ਼ੀਅਲ ਡਰੋਨ ਤੇ। ਸੋ ਆਈ ਥਿੰਕ ਹੀ ਇਜ਼ ਕੰਪਲੀਟਲੀ ਆਫ ਦ ਟਰੈਕ। Secondly, he says that the army will shoot down drones. Army is not deployed on the international border. It is the BSF. BSF, yes. ठीक है ना? So they cannot shoot down. They don't have either the detection equipment or the anti-drone capabilities. जब US को नहीं हैगा, you can note one point कि the US is spending $1.5 billion on innovating on its technology, the anti-missile air defense technology, just to tackle drones. जब इराक ਵਿੱਚ US forces with drones use ਹੋਏ ਨੇ, US did not have an answer, ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ। ਸੋ ਯੂ ਕੈਨ ਵੈਲ ਇਮੇਜਿਨ ਕਿ ਇੰਡੀਆ ਕਿੰਨੇ ਪਿੱਛੇ ਹੈਗੀ, ਕਿੰਨੇ ਪਿੱਛੇ ਹੈਗੇ। ਠੀਕ ਹੈ, ਇਕਬਾਲ ਸਿੰਘ, ਜਿਹੜੀ ਆਪਾਂ ਗੱਲ ਪਹਿਲਾਂ ਵੀ ਕਰ ਰਹੇ ਸੀਗੇ ਔਰ ਇਹ ਵੀ ਚਰਚਾ ਛਿੜੀ ਸੀਗੀ, ਜਿਸ ਤਰ੍ਹਾਂ ਵਿਕਰਮ ਜੀ ਨੇ ਕਿਹਾ ਕਿ ਇੱਕ ਲਾਂਘੇ ਵਜੋਂ ਹੁਣ ਹਥਿਆਰਾਂ ਦੇ ਤੌਰ ਤੇ ਵੀ ਪੰਜਾਬ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਪਹਿਲਾਂ ਤਾਂ ਡਰੱਗਸ ਦੇ ਤੌਰ ਤੇ, ਨਸ਼ਿਆਂ ਦੇ ਤੌਰ ਤੇ ਵੀ ਲਾਂਘੇ ਵਜੋਂ ਯੂਜ਼ ਕੀਤਾ ਜਾਂਦਾ ਸੀਗਾ। ਹੁਣ ਇੱਕ ਨਵੀਂ ਮੁਸੀਬਤ ਹਥਿਆਰਾਂ ਦੀ ਵੀ ਆ ਗਈ ਹੈ। ਜੇ ਕਸ਼ਮੀਰ 'ਚ ਹਥਿਆਰ ਉਧਰੋਂ ਨਹੀਂ ਆ ਸਕਦੇ ਤਾਂ ਵਾਇਆ ਪੰਜਾਬ ਤੋਂ ਜਾ ਸਕਦੇ ਨੇ। ਅਜੇ ਇਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਹੋਰ ਜ਼ਿਆਦਾ ਚਾਕ ਚੌਬੰਦ ਹੋਣ ਦੀ ਸਭ ਤੋਂ ਵੱਡੀ ਜ਼ਰੂਰਤ ਹੁਣ ਪੰਜਾਬ ਪੁਲਿਸ ਦੀ ਹੈਗੀ ਹੈ? ਦੇਖੋ ਹਰਪ੍ਰੀਤ ਜੀ, ਗੱਲ ਤਾਂ ਇਹ ਪੰਜਾਬ ਪੁਲਿਸ ਹੀ ਕਿਉਂ, ਇਹ ਤਾਂ ਸੈਂਟਰ ਦੀ ਜ਼ਿੰਮੇਵਾਰੀ ਹੈ ਨਾ। ਬਾਰਡਰ ਸਟੇਟ ਹੈ ਅਸੀਂ। ਜੇ ਕਸ਼ਮੀਰ 'ਚ ਉਹਨਾਂ ਨੇ ਸ਼ਾਂਤੀ ਲਿਆਉਣੀ ਹੈ ਤੇ ਜੇ ਰੂਟ ਇਹ ਪੰਜਾਬ ਵਰਤ ਰਹੇ ਤਾਂ ਪੰਜਾਬ 'ਚ ਵੀ ਸੈਂਟਰ ਨੂੰ ਦੇਖਣਾ ਚਾਹੀਦਾ। ਪਰ ਸਾਡੇ ਕੀ ਹੁੰਦਾ, ਪੰਜਾਬ 'ਚ ਮਤਰੇ ਮਾਂ ਵਾਲਾ ਸਲੂਕ ਪਹਿਲਾਂ ਤੇ ਹੁੰਦਾ। ਪਠਾਨਕੋਟ ਅਟੈਕ ਹੋਇਆ, 7 ਕਰੋੜ ਦਾ ਬਿੱਲ ਭੇਜਤਾ ਸਾਨੂੰ। ਕੀ ਦੇਸ਼ ਦੀ ਜ਼ਿੰਮੇਵਾਰੀ ਨਹੀਂ ਸੀ ਉਹ? ਗੱਲ ਇਹ ਹੈ ਵੀ ਜਦੋਂ ਸੈਂਟਰ ਪੰਜਾਬ ਨੂੰ ਇੱਕ ਪਾਸੇ ਛੱਡ ਦਿੰਦਾ, ਫਿਰ ਪੰਜਾਬ ਪੁਲਿਸ ਕੀ ਕਰੂਗੀ? ਪੰਜਾਬ ਪੁਲਿਸ ਦੀ ਇਹ ਡਿਊਟੀ ਨਹੀਂ ਹੈਗੀ। ਪੰਜਾਬ ਪੁਲਿਸ ਦੀ ਹੈਗੀ ਇੰਟਰਨਲ। ਜੇ ਬਾਹਰੋਂ ਕੋਈ ਇਹੋ ਜਿਹੀ ਥ੍ਰੈਟਨਿੰਗ ਆਉਂਦੀ ਹੈ, ਇਹੋ ਜਿਹਾ ਕੋਈ ਲਾਂਘਾ ਯੂਜ਼ ਕੀਤਾ, ਉੱਥੇ ਸੈਂਟਰ ਦੀ ਜ਼ਿੰਮੇਵਾਰੀ। ਸੈਂਟਰ ਨੂੰ ਸਾਨੂੰ ਕਟਹਿਰੇ ਖੜਾ ਕਰਨਾ ਚਾਹੀਦਾ। ਜਿਹੜੀ ਇੱਥੇ ਦੀ ਕਾਂਗਰਸ ਸਰਕਾਰ ਹੈ, ਇਹਦਾ ਇੱਕ ਇਤਿਹਾਸ ਰਿਹਾ। ਇਹਨੂੰ ਸਿਰਫ ਆਪਣੀ ਸਿਆਸੀ ਰੋਟੀਆਂ ਸੇਕਣੀਆਂ ਹੁੰਦੀਆਂ, ਕਿਵੇਂ ਨਾ ਕਿਵੇਂ ਉਹਨੂੰ ਮਸਲੇ ਨੂੰ ਇਦਾਂ ਖੜਾ ਕਰ ਦੇਣਾ। ਪੰਜਾਬ ਦੇਖੋ ਰਿਸ ਦਾ ਜ਼ਖਮ ਹੈ, ਹਜੇ ਉਹ ਸਿੱਕੜੀ ਆਈ ਹੈ, ਉਹਨੂੰ ਹੋਰ ਨਾ ਛੇੜੋ, ਉਹਨੂੰ ਕਰੇਦੋ ਨਾ। ਜਿਵੇਂ ਚੰਚਲ ਜੀ ਨੇ ਕਿਹਾ, ਬਹੁਤ ਸਹੀ ਇਹਨਾਂ ਨੇ ਚੱਕਿਆ, ਉਹ ਵੀ ਸਾਨੂੰ ਐਡਰੈਸ ਕਰਨਾ ਚਾਹੀਦਾ। ਸਾਨੂੰ ਇਸ ਮਾਮਲੇ ਨੂੰ ਸਿਆਸਤ 'ਚ ਨਾਲ ਜਾਓ। ਇਹ ਸਿਕਿਉਰਿਟੀ ਥ੍ਰੈਟ ਹੈਗਾ, ਦੇਸ਼ ਤੇ ਹੈ, ਪੰਜਾਬ ਤੇ ਨਾ ਕਹੋ ਇਹਨੂੰ। ਤੁਸੀਂ ਜਦੋਂ ਪੰਜਾਬ ਨਾਲ ਜੋੜ ਦਿੰਦੇ ਫਿਰ ਉਹ ਪੰਜਾਬ ਦੇ ਜਿਹੜਾ ਇੱਕ ਘੱਟ ਗਿਣਤੀ ਮਤਲਬ ਹੈਗਾ ਤਬਕਾ, ਉਹਨੂੰ ਤੁਸੀਂ ਇੰਨਾ ਡਰਾ ਦਿੰਦੇ, ਕਿਉਂਕਿ ਉਹ ਕਾਂਗਰਸ ਨੂੰ ਫਿਰ ਤਾਂ ਹੀ ਜਾ ਕੇ ਉਹ VOTING 'ਚ ਇਹਨਾਂ ਨੂੰ ਫਾਇਦਾ ਹੁੰਦਾ ਜਦੋਂ ਉਧਰ ਤੋਂ ਧਿਆਨ ਹਟ ਜਾਏਗਾ। ਹਾਂ, ਉਧਰ ਤੋਂ ਧਿਆਨ ਹਟ ਜੂ। ਜਿੰਨਾ ਇਹਨਾਂ ਦੇ ਗਲਤੀਆਂ ਕੀਤੀਆਂ ਕਾਂਗਰਸ ਸਰਕਾਰ ਨੇ, ਕੋਈ ਪੂਰਾ ਨਹੀਂ ਕਰਿਆ ਵਾਦਾ, ਉਹਦੇ 'ਚ ਦਬ ਕੇ ਰਹਿ ਜਾਊਗਾ। ਬਸ ਇਹ ਡਰਾ ਕੇ ਵੋਟਾਂ ਲੈਣ ਦਾ ਇਹ ਧੰਦਾ ਨਹੀਂ ਹੋਣਾ ਚਾਹੀਦਾ। ਦੇਸ਼ ਤੇ ਜੇ ਕੋਈ ਥ੍ਰੈਟਨਿੰਗ ਆਈ ਹੈ, ਉਹਨੂੰ ਚਿੰਤਾ ਕਰਨੀ ਚਾਹੀਦੀ ਸਾਰੀ ਪਾਰਟੀਆਂ ਨੂੰ ਸਿਰ ਜੋੜ ਕੇ, ਨਾ ਕਿ ਇਹਦਾ ਅਖਬਾਰਾਂ 'ਚ ਜਾਂ ਉੱਥੇ ਟਵਿੱਟਰ 'ਚ ਇਹ ਨਹੀਂ ਹੋਣਾ ਚਾਹੀਦਾ। ਇਹਦਾ ਬੈਠ ਕੇ ਸੈਂਟਰ ਨਾਲ ਡਿਸਕਸ਼ਨ ਹੋਣਾ ਚਾਹੀਦਾ ਵੀ ਜੇ ਤੁਸੀਂ ਇੰਨੀ ਫੋਰਸ ਕਸ਼ਮੀਰ 'ਚ ਲਾ ਸਕਦੇ ਤਾਂ ਪੰਜਾਬ ਦੇ ਵੀ ਬਾਰਡਰਾਂ ਨੂੰ ਸੀਲ ਕਰੋ। ਇਸ ਕਰਕੇ ਇਹ ਚੀਜ਼ਾਂ ਸੈਂਟਰ ਨੂੰ ਵੀ ਚਾਹੀਦੀਆਂ। ਇਹਦਾ ਤਾਂ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਤੇ ਪੰਜਾਬ ਨੂੰ ਬਦਨਾਮ ਨਹੀਂ ਹੋਣਾ ਚਾਹੀਦਾ। ਪੰਜਾਬ ਪਹਿਲਾਂ ਹੀ ਬਦਨਾਮ ਕੀਤਾ ਗਿਆ। ਇਸ ਕਰਕੇ ਹੁਣ ਕੀ ਪਤਾ, ਹੁਣ ਜਿਵੇਂ ਜੱਗੀ ਜੌਹਲ ਕੇਸ 'ਚ ਹੋਇਆ, ਉਹਦੇ 'ਚ ਕੋਈ ਸਾਬਤ ਹੀ ਨਹੀਂ ਕਰ ਸਕੇ ਜ਼ਿਆਦਾ। ਮੈਨੂੰ ਤਾਂ ਲੱਗਦਾ ਉਹਨਾਂ ਨੇ ਬਰੀ ਹੋ ਜਾਣਾ। ਇਸ ਕਰਕੇ ਜਦੋਂ ਤੁਸੀਂ ਏਦਾਂ ਫੜ ਕੇ ਕਿਸੇ ਨਿਰਦੋਸ਼ ਨੂੰ ਉਹਦੀ ਜ਼ਿੰਦਗੀ ਬਰਬਾਦ ਕਰੋਗੇ, ਉਹ ਵੀ ਗਲਤ ਹੈਗਾ। ਦੇਖੋ, ਇਸ ਕਰਕੇ ਸਾਨੂੰ ਇਹਦੇ ਪੋਲਿਟਿਕਸ ਨਹੀਂ ਤੇ ਖੇਲਣੀ ਚਾਹੀਦੀ। ਇਹ ਸਿਕਿਉਰਿਟੀ ਮੈਟਰ ਹੈ, ਸਿਕਿਉਰਿਟੀ ਮੈਟਰ ਦੇ ਨਜ਼ਰੀਏ ਨਾਲ ਹੀ ਸਾਨੂੰ ਦੇਖਣਾ ਚਾਹੀਦਾ। ਪ੍ਰੋਫੈਸਰ ਮਨਜੀਤ ਸਿੰਘ ਜੀ, ਇੱਥੇ ਥੋੜਾ ਜਿਹਾ ਲੱਗਦਾ ਨਹੀਂ ਕਿ ਕੇਂਦਰੀ ਏਜੰਸੀਆਂ ਜਾਂ ਸਟੇਟ ਏਜੰਸੀਆਂ 'ਚ ਤਾਲਮੇਲ ਦੀ ਥੋੜੀ ਘਾਟ ਹੈਗੀ ਹੈ, ਜਾਂ ਇਹ ਕਹਿ ਦੋ ਕਿ ਪੰਜਾਬ ਦਾ ਇੰਟੈਲੀਜੈਂਸ ਵਿੰਗ ਕੀ ਕਰ ਰਿਹਾ ਫਿਰ? ਅਜਿਹੇ ਇਹ ਕੋਈ ਪਹਿਲਾ ਕੇਸ ਨਹੀਂ ਹੈ, ਇਸ ਤੋਂ ਪਹਿਲਾਂ ਵੀ ਆਪਾਂ ਕਿੰਨੇ ਕੇਸ ਦੇਖ ਚੁੱਕੇ ਹਾਂ। ਅਜਿਹੇ ਘਟਨਾਵਾਂ ਵੀ ਹੋਈਆਂ, ਹਥਿਆਰ ਵੀ ਮਿਲੇ, ਕਾਲਜਾਂ ਹੋਸਟਲਾਂ ਦੇ ਵਿੱਚ ਵੀ ਹਥਿਆਰ ਮਿਲਦੇ ਰਹੇ ਨੇ, ਔਰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਕੋਈ ਕੇਂਦਰੀ ਏਜੰਸੀ ਇੱਥੇ ਤੱਕ ਇਤਲਾਹ ਕਰਦੀ ਹੈ ਤਾਂ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਲਗਭਗ 2 ਦਰਜਨਾਂ ਦੇ ਕਰੀਬ ਸਾਡੇ ਕੋਲ ਇੰਟੈਲੀਜੈਂਸ ਏਜੰਸੀਆਂ, ਪਰ ਉਹਨਾਂ ਦਾ ਆਪਸੀ ਕੋਆਰਡੀਨੇਸ਼ਨ ਨਹੀਂ ਹੈ। ਉਹਦੇ ਕਰਕੇ ਉਹਨਾਂ ਦੀ ਇਫੈਕਟਿਵਨੈਸ ਘਟਦੀ ਹੈ। ਉਹ ਠੀਕ ਹੈ, ਉਹ ਥਰੂ ਜੁਆਇੰਟ ਸੈਕਟਰੀ ਉਹ ਜਿਹੜੇ ਪੋਲੀਟੀਕਲ ਸਿਸਟਮ ਆ ਉਹਦੇ ਰਾਹੀਂ ਤੇ ਉਹ ਇੱਕ ਦੂਜੇ ਨੂੰ ਰਿਪੋਰਟ ਕਰਦੇ ਆ, ਫਿਰ ਉਹ ਮੀਟਿੰਗ ਕਰਦੇ ਆ, ਉਸ ਤਰ੍ਹਾਂ ਥੋੜਾ ਬਹੁਤ ਉਹਨਾਂ ਨੂੰ ਨੋਟ ਸ਼ੇਅਰਿੰਗ ਹੁੰਦੀ ਹੈ। ਅਦਰਵਾਈਜ਼ ਉਹਨਾਂ ਦਾ ਆਪਸ ਵਿੱਚ ਤਾਲਮੇਲ ਕੇ ਤੁਸੀਂ ਇਸ ਏਰੀਏ ਨੂੰ, ਇਸ ਚੀਜ਼ ਨੂੰ ਇਸ ਤਰ੍ਹਾਂ ਲੈਣਾ, ਉਹ ਹੈ ਨਹੀਂ। ਹੋ ਸਕਦਾ ਉਹ ਵੀ ਇੱਕ ਸਟ੍ਰੈਟਜਿਕ ਕੋਈ ਕਾਰਨ ਹੋਵੇ ਡਿਫੈਂਸ ਦਾ ਕਿ ਉਹਨਾਂ ਨੂੰ ਆਪਸ ਵਿੱਚ ਕੋਆਰਡੀਨੇਟ ਨਹੀਂ ਕਰਨ ਦੇਣਾ। ਇਹ ਤੇ ਇੱਕ ਦਿੱਕਤ ਹੈਗੀ ਹੈ। ਪਰ ਨਾਲ ਹੀ ਨਾਲ ਨਾ ਸਭ ਤੋਂ ਹੈਰਾਨੀ ਵਾਲੀ ਗੱਲ ਇਹੀ ਹੈ ਕਿ ਭਾਵੇਂ ਉਹ ਪੰਜਾਬ ਪੁਲਿਸ ਦੀ ਹੈ, ਜਿੱਥੇ ਉਹ ਬੰਦੇ ਫੜੇ ਗਏ, ਜਿੱਥੇ ਉਹ ਡਰੋਪ ਹੋਏ ਹਥਿਆਰ, ਭਾਵੇਂ ਉਹ ਬਾਰਡਰ ਸਿਕਿਉਰਿਟੀ ਫੋਰਸ ਆ,
ਇਹ ਗੱਲ ਸ਼ਸ਼ੀਕਾਂਤ ਕੱਲ ਅਸੀਂ ਬੈਠੇ ਸੀ ਇਸੇ ਮੁੱਦੇ ਤੇ ਡਿਸਕਸ ਕਿਸੇ ਹੋਰ ਚੈਨਲ ਦੇ ਉੱਤੇ ਕਰ ਰਹੇ ਸੀਗੇ ਤੇ ਉਹ ਤੇ ਆਪ ਡੀਜੀਪੀ ਰਹੇ ਆ ਪੁਲਿਸ ਦੇ ਵਿੱਚ ਤੇ ਉਹ ਖੁਦ ਬੜੇ ਉਹ ਕਲੀਅਰ ਵਰਡ ਵਿਦਆਊਟ ਮਿਸਿੰਗ ਵਰਡਸ ਉਹ ਕਹਿ ਰਹੇ ਸੀਗੇ ਕਿ ਪੁਲਿਸ ਦੇ ਅੰਦਰ ਵੀ ਸਲੀਪਰ ਸੈੱਲ ਹੈਗੇ ਉਹਨਾਂ ਦੇ ਪਾਕਿਸਤਾਨ ਦੇ ਜਾਂ ਹੋਰਨਾਂ ਦੇ ਜਿਹੜੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਈਵਨ ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚ ਵੀ ਉਹਨਾਂ ਦੇ ਸਲੀਪਰ ਸੈੱਲ ਹੈਗੇ ਇਹ ਕੋਈ ਵੱਡੀ ਗੱਲ ਨਹੀਂ ਹੋਣਗੇ ਕਿਉਂਕਿ ਸਾਨੂੰ ਇਸ ਗੱਲ ਦਾ ਮੈਨੂੰ ਵੀ ਇਸ ਗੱਲ ਦਾ ਅੰਦਾਜ਼ਾ ਕਿ ਜਦੋਂ ਅਸੀਂ ਅੰਮ੍ਰਿਤਸਰ ਅੱਜ ਤੋਂ 25-30 ਸਾਲ ਪਹਿਲਾਂ ਵੀ ਜਾਂਦੇ ਸੀ ਤੇ ਉਦੋਂ ਜਿਹੜੀ ਵੀ ਸਮਗਲਿੰਗ ਹੁੰਦੀ ਸੀਗੀ ਬਾਰਡਰ ਦੇ ਰਾਹੀਂ ਉਹ BSF ਦੇ ਨਾਲ ਮਿਲ ਜੁਲ ਕੇ ਹੀ ਹੁੰਦੀ ਸੀ ਉਹਨਾਂ ਦੇ ਕਈ ਵਾਰੀ ਟਰੱਕ ਵੀ ਵਰਤੇ ਜਾਂਦੇ ਸੀਗੇ ਇਸ ਕਰਕੇ ਇਹ ਜਿਹੜੀਆਂ ਸਾਡੀਆਂ ਆਪਣੀਆਂ ਕਮਜ਼ੋਰੀਆਂ ਇੱਕ ਤੇ ਉਹ ਜਿਹੜੀਆਂ ਡਿਫੈਂਸ ਦੀਆਂ ਸਾਡੀਆਂ ਜਿਹੜੀਆਂ ਏਜੰਸੀਆਂ ਆ ਜਿਨ੍ਹਾਂ ਨੂੰ ਅਸੀਂ ਇਸ ਗੱਲ ਲਈ ਦੇਸ਼ ਖਰਚਾ ਕਰਦਾ ਉਹਨਾਂ ਲਈ ਉਹਨਾਂ ਨੂੰ ਮੇਰਾ ਖਿਆਲ ਹੈ ਇੱਕ ਤੇ ਸਤਰਕ ਤੇ ਉਹਨਾਂ ਨੂੰ ਜ਼ਿਆਦਾ ਉਹ ਧਿਆਨ ਦੇਣ ਦੀ ਦੂਜੇ ਪਾਸੇ ਜਿਹੜੀ ਗੱਲ ਮੇਰਾ ਖਿਆਲ ਹੈ ਕਿ ਜੇ ਅਸੀਂ ਲੋਕਾਂ ਨੂੰ ਉਹਨਾਂ ਦੇ ਮੁੱਦਿਆਂ ਨੂੰ ਜਾਂ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਨੂੰ ਖੁਸ਼ ਰੱਖੀਏ ਲੋਕਾਂ ਦੇ ਵਿੱਚ ਜਿਵੇਂ ਬੇਰੁਜ਼ਗਾਰੀ ਦੀ ਗੱਲ ਚੱਲੀ ਸੀ ਹੋਰ ਕਿੰਨੀਆਂ ਮੁਸੀਬਤਾਂ ਹੈਗੀਆਂ ਲੋਕਾਂ ਦੀ ਜਿਹੜੀ ਲਾਇਲਟੀ ਆ ਜਿਹੜੀ ਦੇਸ਼ ਭਗਤੀ ਉਹ ਤਾਂ ਆਉਣੀ ਆ ਜੇ ਲੋਕੀ ਸੈਟੀਸਫਾਈਡ ਹੈਗੇ ਜਿਹੜੀ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਹੁਣ ਜਿਹੜਾ ਵੀ ਇੱਥੇ ਮਾਮਲਾ ਐਡਾ ਵੱਡਾ 50 ਦਿਨ ਤੋਂ ਉੱਪਰ ਹੋ ਗਿਆ ਕਸ਼ਮੀਰ ਤਾਂ ਉਹ ਛੋਟੀ ਗੱਲ ਨਹੀਂ ਹੈਗੀ ਸਾਨੂੰ ਕਿਤੇ ਨਾ ਕਿਤੇ ਇੰਡੀਅਨ ਹਿਸਟਰੀ ਨੂੰ ਇੰਡੀਅਨ ਡੈਮੋਕ੍ਰੈਟਿਕ ਸਿਸਟਮ ਨੂੰ ਇਸ ਗੱਲ ਦਾ ਜਵਾਬ ਦੇਣਾ ਪੈਣਾ ਹੁਣ ਤੇ 27 ਤਰੀਕ ਨੂੰ ਹੀ ਜਵਾਬ ਦੇਣਾ ਪੈਣਾ ਪਹਿਲਾਂ ਤੇ UNO ਦੇ ਵਿੱਚ ਹੀ ਜਨਰਲ ਅਸੈਂਬਲੀ 'ਚ ਜਵਾਬ ਦੇਣਾ ਪੈਣਾ ਇਸ ਕਰਕੇ ਇਸ ਤਰ੍ਹਾਂ ਤੁਸੀਂ ਜ਼ਬਰਦਸਤੀ ਕਿਸੇ ਨੂੰ ਅਸੀਂ ਤੁਹਾਨੂੰ ਚੰਗਾ ਕਰਾਂਗੇ ਉਹ ਲੜਕੀ ਦੀ ਜਿਹਦੀ ਮੈਂ ਇੰਟਰਵਿਊ ਦੀ ਗੱਲ ਉਹ ਇਹੋ ਕਹਿ ਰਹੀ ਸੀ ਤੁਸੀਂ ਕਹਿੰਦੇ ਸਾਨੂੰ ਖੁਸ਼ਹਾਲ ਬਣਾਉਣਾ ਤੁਸੀਂ ਸਾਨੂੰ ਤੇ ਬਹੁਤ ਸਾਡਾ ਵਿਕਾਸ ਕਰਨਾ ਤੁਸੀਂ ਸਾਨੂੰ ਐਡਮਿਸ਼ਨਾਂ ਦੇ ਦਿੰਦੇ ਨਹੀਂ ਹੈਗੇ ਮਤਲਬ ਇਸ ਕਿਸਮ ਦੇ ਜੇ ਸਾਡੇ ਲੋਕਾਂ 'ਚ ਇਹ ਗੱਲ ਮੈਸੇਜ ਜਾਊਗਾ ਹਰਪ੍ਰੀਤ ਜੀ ਕਿ ਸਾਡਾ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਫਿਰ ਦੂਜੇ ਦੇਸ਼ਾਂ ਨੂੰ ਜੇ ਆਪਣਾ ਦੇਸ਼ ਕਮਜ਼ੋਰ ਹੁੰਦਾ ਤੇ ਦੂਜੇ ਦੇਸ਼ਾਂ ਨੂੰ ਇੱਥੋਂ ਬੰਦੇ ਸਲੀਪਰ ਸੈੱਲ ਹੋਰ ਆਪਣੀ ਪੈਨੀਟ੍ਰੇਸ਼ਨ ਈਜ਼ੀ ਹੁੰਦੀ ਮੇਰਾ ਖਿਆਲ ਹੈ ਕਿ ਆਪਾਂ ਨੂੰ ਆਪਣੇ ਲੋਕਾਂ ਦੇ ਜਿਹੜੇ ਹਿੱਤ ਆ ਉਹਨਾਂ ਨੂੰ ਕਿਵੇਂ ਖੁਸ਼ ਰੱਖਣਾ ਕਿਵੇਂ ਉਹਨਾਂ ਦੀਆਂ ਜਿਹੜੀਆਂ ਵੀ ਰੋਜ਼ਮਰਾ ਦੀਆਂ ਜ਼ਿੰਦਗੀਆਂ ਉਹ ਲੋੜਾਂ ਉਹਨਾਂ ਦੀਆਂ ਪੂਰੀਆਂ ਕਰਨੀਆਂ ਖਾਸ ਕਰ ਬਾਰਡਰ ਏਰੀਏ ਤਾਂ ਕਿ ਦੂਜੇ ਦੇਸ਼ਾਂ ਦੀ ਹਿੰਮਤ ਨਾ ਚੰਚਲ ਮਨੋਹਰ ਸਿੰਘ ਜੀ ਅੱਜ ਕੱਲ ਦੇਖਣ ਚ ਵੀ ਆਇਆ ਕਿ ਹਰ ਚੀਜ਼ ਨੂੰ ਕਸ਼ਮੀਰ ਜਾਂ ਤਾਰਾ 370 ਨਾਲ ਜੋੜ ਕੇ ਦੇਖਿਆ ਜਾਂਦਾ ਹੈ ਇਸ ਮੁੱਦੇ ਨੂੰ ਵੀ ਉਸੇ ਚੀਜ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਕਸ਼ਮੀਰ ਦੇ ਵਿੱਚ ਅਜਿਹਾ ਕੁਝ ਹੋ ਰਿਹਾ ਹੈ ਕਸ਼ਮੀਰ ਦੇ ਲੋਕਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ ਇਸ ਕਰਕੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜਿਹੜੇ ਕਸ਼ਮੀਰ ਦੇ ਹਮਦਰਦ ਨੇ ਜਾਂ ਜਿਹੜੇ ਮਨੁੱਖਤਾ ਦੇ ਹਮਦਰਦ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਵਰਤਿਆ ਜਾਵੇ ਇਹ ਠੀਕ ਗੱਲ ਨਹੀਂ ਇਹ ਦੇਖੋ ਇਵੇਂ ਹੈ ਸਾਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਪੰਜਾਬ ਦਾ ਇੱਕ ਆਪਣਾ ਵੱਖਰਾ ਮਸਲਾ ਹੈ ਪੰਜਾਬ ਦੇ ਲੋਕਾਂ ਵੱਲੋਂ ਸਿੱਖਾਂ ਵੱਲੋਂ ਕੋਈ ਖਾਲਿਸਤਾਨ ਦੀ ਮੰਗ ਨਹੀਂ ਆਏਗੀ ਔਰ ਮੈਂ ਪਰਸਨਲੀ ਇਹਦੇ ਬਹੁਤ ਅਗੇਂਸਟ ਹਾਂ ਸਿੱਖਾਂ ਦਾ ਇਹਦੇ 'ਚ ਬੜਾ ਨੁਕਸਾਨ ਹੈ ਹੁਣ ਸਵਾਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਦਾ ਕੋਰੀਡੋਰ ਬਣਨ ਲੱਗਾ ਖਾਲਿਸਤਾਨੀ ਕਰੀ ਜਾ ਰਹੇ ਹੋਰ ਪੋਲੀਟੀਕਲ ਲੀਡਰ ਵੀ ਖਾਲਿਸਤਾਨੀ ਕਰੀ ਜਾ ਰਹੇ ਉਹਨਾਂ ਦਾ ਪਹਿਲੇ ਇਹ ਸੀ ਵੀ ਇਹ ਨਾ ਬਣੇ ਜਿਸ ਵੇਲੇ ਉਹਨਾਂ ਨੇ ਦੇਖਿਆ ਵੀ ਇੰਨੀ ਡਿਟਰਮਿੰਡ ਹੈ ਪਾਕਿਸਤਾਨ ਦੀ ਗਵਰਨਮੈਂਟ ਕਿ ਉਹ ਬਣਾ ਹੀ ਰਹੇ ਤੋ ਅਮਰਿੰਦਰ ਸਿੰਘ ਨੇ ਪਿਛਲੇ 2.5 ਸਾਲ 'ਚ ਕੀਤਾ ਤੇ ਕੁਝ ਹੈ ਨਹੀਂ ਕੁਝ ਪੰਜਾਬ ਦਾ ਸੁਧਾਰ ਨਹੀਂ ਹੋਇਆ ਕੁਝ ਨਹੀਂ ਹੋਇਆ ਕੋਈ ਕਿਸੇ ਕਿਸਮ ਦੀ ਲੋਕਾਂ ਦੇ ਜੀਵਨ 'ਚ ਬਿਹਤਰੀ ਨਹੀਂ ਆਈ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਇਹ ਲੋਕਲ ਸ਼ਰਾਰਤ ਵਾਲਾ ਜਿਹੜਾ ਐਂਗਲ ਹੈ ਅਸੀਂ ਇਹਦੇ ਵੱਲ ਕਿਉਂ ਨਹੀਂ ਆਉਂਦੇ ਸਾਡੀ ਕੀ ਮਜਬੂਰੀ ਹੈ ਨੰਬਰ 1 ਬਈ ਸੜਿਆ ਹੋਇਆ ਡਰੋਨ ਬਈ ਡਰੋਨ ਉਹਨਾਂ ਨੇ ਜ਼ਰੂਰੀ ਸਾੜਨਾ ਸੀ ਕੀ ਸੀ ਜੀ ਉੱਥੋਂ 30 ਕਿਲੋਮੀਟਰ ਚੋਲਾ ਸਾਹਿਬ ਤੋਂ ਲੱਭਿਆ ਜੀ ਉਹਨਾਂ ਨੇ ਲੱਭ ਕੇ ਦਿੱਤਾ ਡਰੋਨ ਤੇ ਜਿੰਨੇ ਫੋਟੋਗ੍ਰਾਫਰ ਹੈ ਪੰਜਾਬ ਦੇ ਵਿਆਹਾਂ ਦੇ ਡਰੋਨ ਨਾਲ ਫੋਟੋ ਖਿੱਚਦੇ ਡਰੋਨ ਇਜ਼ ਅਵੇਲੇਬਲ ਇਨ ਦੀ ਮਾਰਕੀਟ ਚਲ ਮਨੋਹਰ ਸਿੰਘ ਜੀ ਵਿਆਹਾਂ 'ਚ ਜਿਹੜਾ ਡਰੋਨ ਚੱਲਦਾ ਤੇ ਇਹ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਜ਼ਮੀਨ ਅਸਮਾਨ ਦਾ ਆਪਾਂ ਪ੍ਰੈਕਟੀਕਲ ਵੀ ਦੇਖੇ ਨਾ ਮੇਰੀ ਗੱਲ ਵਿਆਹਾਂ ਤੇ ਚੱਲਣ ਵਾਲਾ ਡਰੋਨ ਹੈ ਐਡਾ ਕਿ ਡਰੋਨ ਹੈ ਜਿਹੜਾ ਫੜਿਆ ਦਿਖਾਇਆ ਜਾ ਰਿਹਾ ਜਿਹੜਾ ਫੜਿਆ ਉਹਨਾਂ ਦੀ ਫੋਟੋ ਰਿਲੀਜ਼ ਕਰਦੇ ਨਾ ਹਾਂ ਫੋਟੋ ਦਿਖਾਈ ਹੈ ਤੁਸੀਂ ਪਤਾ ਨਹੀਂ ਦੇਖੀ ਕਿ ਨਹੀਂ ਦੇਖੀ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਡਰੋਨ ਦਿਖਾਇਆ ਗਿਆ ਤੁਸੀਂ ਇਹ ਤਸਵੀਰਾਂ ਦੇਖ ਵੀ ਸਕਦੇ ਹੋ ਡਰੋਨ ਦਿਖਾਇਆ ਗਿਆ ਡਰੋਨ ਉਹਨਾਂ ਨੇ ਜਲਾ ਦਿੱਤਾ ਮਤਲਬ ਜਲਾਉਣ ਲਈ ਚੋਲਾ ਸਾਹਿਬ ਯੂ ਸੀ ਦੀ ਪੁਲਿਸ concocted a story to divert the attention of the people of Punjab to save Amrinder Singh, who is not doing anything in the Punjab for the last 2.5 years. So this is a concocted story started with few and when the story was not growing फिर कहते जी 8 ड्रोन सी फिर बंदे फड़ ले फिर एक जेल चो बंदा फड़ लिया एक मिनट वो कह रहा है जेड़ा जेलर है ਉਹ ਕਹਿ ਰਿਹਾ ਇਹਦੇ ਕੋਲ ਮੋਬਾਈਲ ਵੀ ਨਹੀਂ ਹੈਗਾ ਤੇ ਇਹਨੇ ਕੋਈ ਮੋਬਾਈਲ ਕੀਤਾ ਵੀ ਨਹੀਂ ਉਹ ਕਹਿੰਦੇ ਜੀ ਨੇ ਪਾਕਿਸਤਾਨ ਤੇ ਟੈਲੀਫੋਨ ਕਰਦਾ ਹੈ ਯੂ ਸੀ ਤੁਹਾਡੀਆਂ ਜੇਲਾਂ ਜੋ ਵੀ ਪਾਕਿਸਤਾਨ ਟੈਲੀਫੋਨ ਹੋਗੇ ਵਾਈ ਆਰ ਯੂ ਪ੍ਰੋਜੈਕਟਿੰਗ ਪਾਕਿਸਤਾਨ ਏ ਬਿਗ ਹਵਾ ਟੂ ਯੂ ਸੀ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ ਠੀਕ ਹੈ ਕੀ ਲੋੜ ਹੈ ਡਰਾਉਣ ਮੈਂ ਕਹਿ ਕਰਨਾ ਚਾਹੁੰਦਾ
ਵੀ ਜਿਹੜਾ ਨਿਰੰਕਾਰੀ ਭਵਨ ਤੇ ਉਦੋਂ ਹੋਇਆ ਸੀ Attack ਨਾ ਹੋਇਆ। ਹੈਂਡ ਗ੍ਰੇਨ, ਜੀ। ਉਹਦੇ ਤੇ ਕੈਪਟਨ ਸਾਹਿਬ ਦਾ ਜਦੇ ਰਿਐਕਸ਼ਨ ਆ ਗਿਆ ਸੀ ਵੀ ਇਹ ਜੀ ਮੇਡ ਇਨ ਪਾਕਿਸਤਾਨ ਹੈ। ਜਦੋਂ ਹੈਂਡ ਗ੍ਰੇਨੇਡ ਫਟਦਾ ਉਹਦੇ ਪਰ ਮੇਡ ਇਨ ਪਾਕਿਸਤਾਨ ਲਿਖਿਆ ਹੋਇਆ ਰਹਿ ਜਾਂਦਾ, ਮੈਨੂੰ ਇਹ ਸਮਝਾ ਦੇਣਾ, ਇੱਥੇ ਬੈਠੇਗੇ ਚਲੋ ਪਰ ਬਾਅਦ ਵਿੱਚ ਉਹ ਡਿਨਾਈਲ ਆ ਗਿਆ ਸੀ, ਉਹਦੇ ਚ ਨਹੀਂ ਉਹਦੇ ਸੀ ਚ ਕੁਝ। ਡਰਾਇਲ ਆ ਗਿਆ ਸੀ ਬਾਅਦ ਚੋਂ। ਮਤਲਬ ਪਰ ਇੰਨੀ ਕਾਹਲੀ ਚ ਆਪਾਂ ਨੂੰ ਬਿਆਨ ਕਿਉਂ ਦੇਣਾ ਹੁੰਦਾ, ਗੱਲ ਤਾਂ ਇਹ ਹੈ ਨਾ। ਠੀਕ ਹੈ ਮੇਰੇ ਕੋਲ ਸਮਾਂ ਘੱਟ ਹੈ। ਕੰਬੋਜ ਸਾਹਿਬ ਇੱਕ ਗੱਲ ਐਡ ਆਨ ਕਰਨਾ ਚਾਹੁੰਦੇ ਆ, ਜਿਵੇਂ ਇਹਨਾਂ ਨੇ ਸਿੱਧਾ ਚੰਚਲ ਮਨੋਹਰ ਸਿੰਘ ਜੀ ਨੇ ਕਿਹਾ, ਇਹ ਇਦਾਂ ਲੱਗਦਾ ਹੈ ਕਿ ਇਦਾਂ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਲੋਕਾਂ ਦਾ ਧਿਆਨ ਬੇਰੁਜ਼ਗਾਰੀ ਤੋਂ ਹਟ ਜੇ, ਨਸ਼ਿਆਂ ਤੋਂ ਹਟ ਜੇ, ਕਰਜ਼ੇ ਤੋਂ ਹਟ ਜੇ, ਧਿਆਨ ਇੱਥੇ ਫੋਕਸ ਰਹਿ ਜੇ ਕਿ ਪੰਜਾਬ ਬੜਾ ਖਤਰੇ ਦੇ ਵਿੱਚ ਹੈਗਾ, ਪਾਕਿਸਤਾਨ ਤੋਂ ਬੜਾ ਵੱਡਾ ਡਰ ਹੈਗਾ, ਇਸੇ ਕਰਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਮੈਂ ਸਿਰਫ ਇੰਨਾ ਕਿਹਾ ਹੈਗਾ ਕਿ ਇਹਨਾਂ ਦਾ ਉੱਥੇ ਸੁਭਾਵਿਕ ਜਿਹੜਾ ਹੈ ਇਸ ਤਰ੍ਹਾਂ ਦੀ, ਪਰ ਜਿਹੜੀ ਇਹਨਾਂ ਨੇ ਫਿਲਾਸਫੀ ਦਿੱਤੀ ਹੈਗੀ ਹੈ, ਮੈਨੂੰ ਉਹਦੇ ਵਿੱਚ ਇਹਨਾਂ ਨੇ ਕੋਈ ਬੇਸ ਨਹੀਂ ਦਿੱਤਾ, ਕੋਈ ਸਬੂਤ ਨਹੀਂ ਦਿੱਤਾ ਕਿ ਇਸ ਤਰ੍ਹਾਂ ਜਿਹੜਾ ਹੈ ਹੋ ਸਕਦਾ ਹੈ। ਇਹਨਾਂ ਨੇ ਕਿਹਾ ਹੋ ਸਕਦਾ ਹੈ ਕਿ ਉਹ ਰਾਈਫਲਾਂ ਜਿਹੜੀਆਂ ਨੇ ਪੁਲਿਸ ਵਾਲੀਆਂ ਲਿਆ ਕੇ ਉੱਥੇ ਰੱਖ ਦਿੱਤੀਆਂ ਹੋਣ, ਪਰ ਉਹਦਾ ਏਮ ਕੀ ਹੈ? ਇਹਨਾਂ ਨੇ ਕਿਹਾ ਜੀ ਕਿ ਅਮਰਿੰਦਰ ਦਾ ਧਿਆਨ ਹਟਾਉਣ ਵਾਸਤੇ ਇਹ ਕੀਤਾ ਜਾ ਰਿਹਾ ਹੈਗਾ। I don't think it is a national issue. ਇਹ ਸਾਡੇ ਵਾਸਤੇ, ਪੂਰੇ ਦੇਸ਼ ਵਾਸਤੇ ਬੜੀ ਚਿੰਤਾ ਦੀ ਗੱਲ ਹੈ ਕਿ ਡਰੋਨਸ ਦੇ ਰਾਹੀਂ ਇੱਥੇ ਹਥਿਆਰ ਆਏ ਨੇ, ਔਰ ਇਹ ਗੱਲ ਉਹਨਾਂ ਲੋਕਾਂ ਨੇ ਕਹੀ ਹੈ ਜਿਹੜੇ ਬੰਦੇ ਫੜੇ ਗਏ ਨੇ। ਦੂਸਰੀ ਗੱਲ, ਉਹ ਇੱਥੋਂ ਹਥਿਆਰ ਉੱਥੇ J&K ਨਹੀਂ ਜਾ ਸਕੇ। ਇੱਕ ਤਾਂ ਜਿੱਦਾਂ ਵਿਕਰਮ ਹੋਣਾ ਨੇ ਕਿਹਾ ਕਿ ਬਾਰਡਰ ਉੱਥੇ ਬਹੁਤ ਸਟਰੋਂਗ ਹੈ, ਇੱਕੋ ਹੀ ਜਗ੍ਹਾ ਹੈ, ਬਾਕੀ ਰਾਵੀ ਦੇ ਵਿੱਚ ਪੂਰਾ ਪਾਣੀ ਹੈ ਇਸ ਵੇਲੇ ਬਰਸਾਤਾਂ ਦੇ ਕਰਕੇ। ਜੀ। ਇਸ ਕਰਕੇ ਵੀ ਜਿਹੜਾ ਹੈ ਉਧਰੋਂ ਦੀ ਲੰਘਾ ਬੜਾ ਮੁਸ਼ਕਲ ਸੀਗਾ, ਔਰ ਇਹਨਾਂ ਨੂੰ ਹਥਿਆਰਾਂ ਨੂੰ ਇਧਰੋਂ ਉਧਰ ਲਿਜਾਣ ਵਾਸਤੇ ਉਹ ਦਿੱਕਤ ਆਈ ਹੈਗੀ ਹੈ। ਔਰ ਇਹ ਜਿਹੜੀ ਗੱਲ ਦੂਸਰੀ ਜਿਹੜੀ ਇਹਨਾਂ ਨੇ ਕਹੀ ਕਿ ਸੈਂਟਰ ਦਾ ਕੰਮ ਹੈਗਾ, ਸੈਂਟਰ ਜਿਹੜੀ ਸਟੇਟ ਦਾ ਕੰਮ ਹੈ, ਇੱਥੋਂ ਦੀ ਇੰਟਰਨਲ ਸਿਕਿਉਰਿਟੀ ਸਟੇਟ ਪੁਲਿਸ ਦਾ ਕੰਮ ਹੈ। ਸੈਂਟਰ ਦੀ ਪੁਲਿਸ ਉਦੋਂ ਹੀ ਇੱਥੇ ਆਉਂਦੀ ਹੈ ਜਦੋਂ ਸਟੇਟ ਰਿਕੁਐਸਟ ਕਰਦੀ ਹੈ ਕਿ ਪਲੀਜ਼ ਆਓ, ਉੱਦਾਂ ਉਨੀ ਦੇਰ ਉਹ ਆ ਨਹੀਂ ਸਕਦੇ ਹੈਗੇ। ਚਲੋ ਦੂਸਰੀ ਗੱਲ ਜਿਹੜੀ ਇਹਨਾਂ ਨੇ ਇੰਟੈਲੀਜੈਂਸ ਦੀ ਗੱਲ ਕੀਤੀ ਪ੍ਰੈਸ ਸਾਹਿਬ ਨੇ, ਇਟ ਇਜ਼ ਨਾਟ ਕਰੈਕਟ। ਇੰਟੈਲੀਜੈਂਸ ਜਿਹੜੀ ਹੈ ਇੱਕ ਬਹੁਤ ਵੱਡਾ ਦੇਸ਼ ਦਾ ਹਿੱਸਾ ਹੈ, ਉਹਦੇ ਚ ਬਹੁਤ ਸਾਰੇ ਸੋਰਸਸ ਹੁੰਦੇ ਨੇ। ਰੇਲਵੇ ਤੋਂ ਇਨਫੋਰਮੇਸ਼ਨ ਆਉਂਦੀ ਹੈ, ਆਰਮੀ ਤੋਂ ਇਨਫੋਰਮੇਸ਼ਨ ਆਉਂਦੀ ਹੈ, ਨੇਵੀ ਤੋਂ ਇਨਫੋਰਮੇਸ਼ਨ ਆਉਂਦੀ ਹੈ, 에ਅਰ ਫੋਰਸ ਤੋਂ ਇਨਫੋਰਮੇਸ਼ਨ ਆਉਂਦੀ ਹੈ, ਰਾਹ ਤੋਂ ਇਨਫੋਰਮੇਸ਼ਨ ਆਉਂਦੀ ਹੈ, ਜਿਹੜੇ ਸਾਡੇ ਦੂਜੇ ਮੁਲਕਾਂ ਦੇ ਵਿੱਚ ਜਸੂਸ ਨੇ ਉੱਥੋਂ ਇਨਫੋਰਮੇਸ਼ਨ ਹੁੰਦੀ ਹੈ। ਉਹ ਸਾਰੀ ਕੋਲੇਟ ਹੁੰਦੀ ਹੈਗੀ ਹੈ, ਔਰ ਉਸ ਤੋਂ ਬਾਅਦ ਜਿਹੜਾ ਅਸੀਂ ਕਹਿ ਦਿੰਦੇ ਹਾਂ ਕਿ ਸੈਂਟਰ ਤੋਂ ਇਨਫੋਰਮੇਸ਼ਨ ਆਈ, ਉਹ ਉੱਥੋਂ ਹੀ ਆ ਰਹੀ ਹੈ। ਠੀਕ ਹੈ, ਬਹੁਤ ਧੰਨਵਾਦ ਇਸ ਪੂਰੀ ਵਿਚਾਰ ਚਰਚਾ 'ਚ ਸ਼ਾਮਲ ਹੋਣ ਦੇ ਲਈ। ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜਾ ਦਾਅਵਾ ਕੀਤਾ ਗਿਆ ਹੈ ਪੁਲਿਸ ਵੱਲੋਂ ਜਾਂ BSF ਵੱਲੋਂ, ਇਸ ਦਾਅਵੇ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੋ ਸਕਦਾ ਹੈ। ਪਰ ਵੱਡਾ ਸਵਾਲ ਇਹ ਹੈ ਕਿ ਜੇ ਪੰਜਾਬ ਨੂੰ ਇਸ ਤਰੀਕੇ ਦੇ ਨਾਲ ਯੂਜ਼ ਕੀਤਾ ਜਾ ਰਿਹਾ ਹੈ, ਇੱਕ ਲਾਂਘੇ ਵਜੋਂ ਯੂਜ਼ ਕੀਤਾ ਜਾ ਰਿਹਾ ਹੈ, ਤਾਂ ਸਾਡੇ ਲਈ ਫਿਕਰ ਚਿੰਤਾ ਵਾਲੀ ਗੱਲ ਜ਼ਰੂਰ ਹੈਗੀ ਹੈ, ਖਾਸ ਤੌਰ ਤੇ ਸੂਬਾ ਸਰਕਾਰ ਲਈ ਵੀ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।